अंकल तो समझ के इतने डर रहे हैं भी जो दिखा दे आप सच्ची गल करांगे जी, झूठी गल कोई नहीं करनी। किसी गल का कोई पर्दा नहीं, साडा अपना ही परिवार है। जिहड़ा परिवार दुखी साडा अपना परिवार है। अंकल जी कहते खबर पाइए ना पाइए कितने नजायज़ परचे ना हो जाए। पर यार जे दवाई लैन आए हैं, ट्रीटमेंट करवाना है, जो धमकियां दी जा रही, इन्होंने की धमकी दी जा रही वो भी पुछ लांगे। पर जो धमकियां दी जा रही फिर इंसाफ नहीं है, ये धक्का। पुलिस वालों बना लगे फोन करके मैं पुलिस सद दिया, मैं सद लो जी आ गल कही। पुलिस वालों सदन लगी कि तुम बीमार आ ਸੱਦਣ ਲੱਗੇ ਆ ਕਿ ਤੁਸੀਂ ਸਾਨੂੰ ਆ ਕੇ ਕਹਿ ਰਹੇ ਹੋ ਤੁਸੀਂ ਸਾਡਾ ਟ੍ਰੀਟਮੈਂਟ ਕਿਉਂ ਨਹੀਂ ਕਰ ਰਹੇ ਹੋ, ਕਿਉਂਕਿ ਸਰ ਅਸੀਂ 4 ਵਜੇ ਦਾ ਮੰਮਾ ਤੜਫ ਰਹੇ ਦਰਦ ਦੇ ਨਾਲ ਬੁਖਾਰ ਦੇ ਨਾਲ। ਠੀਕ ਹੈ ਜੀ, ਜੇ ਪੇਸ਼ੈਂਟ ਨੂੰ ਅਸੀਂ ਤੜਫਾਣਾ ਆ ਫਿਰ ਅਸੀਂ ਆਪਣੇ ਘਰ ਰੱਖ ਕੇ ਕਿਉਂ ਨਾ ਤੜਫਾਈਏ। ਅਸੀਂ ਹਸਪਤਾਲ ਬਾਅਦ 'ਚ 4 ਵਜੇ ਤੋਂ ਲੈ ਕੇ 8 ਵਜੇ ਤੱਕ ਇਹਨਾਂ ਨੇ ਕੋਈ ਨਹੀਂ ਲਾਈ, ਸਿਰਫ ਟੰਗ ਕੇ ਆ ਗਏ ਉੱਪਰ, ਲਗਾਈ ਨਹੀਂ ਆ ਬਸ। ਉਹਨਾਂ ਦੇ ਸਿਰਫ ਟੰਗਣ ਦੇ ਨਾਲ ਥੋੜੀ ਨਾ ਟ੍ਰੀਟਮੈਂਟ ਹੁੰਦਾ ਆ ਕਿ ਇਹ ਥੋੜਾ ਨਾ ਆਪਾਂ ਦਵਾਈ ਸਰਾਣੇ ਰੱਖ ਦਿੱਤੀ ਤਾਂ ਪੇਸ਼ੈਂਟ ਨੂੰ ਆਰਾਮ ਆ ਜਾਣਾ, ਇਹ ਥੋੜੀ ਨਾ ਗੱਲ ਹੁੰਦੀ। ਨਾ ਤੁਸੀਂ ਟੰਗ ਦਿੱਤੀ ਉਹਨੂੰ ਲਗਾ ਦਿਓ, ਜਾਂ ਤਾਂ ਜੇ ਤੁਸੀਂ ਲਗਾ ਨਹੀਂ ਰਹੇ ਫਿਰ ਜਦ ਪੇਸ਼ੈਂਟ ਦੇ ਦਰਦ ਹੋ ਰਹੀ ਅਸੀਂ ਤੁਹਾਨੂੰ ਦੱਸ ਰਹੇ ਕਿ ਪੇਸ਼ੈਂਟ ਨੂੰ ਆ ਪ੍ਰੋਬਲਮ ਆ ਰਹੀ ਆ। ਫਿਰ ਜਦੋਂ ਮੈਂ ਆ ਕੇ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੇ ਪੇਸ਼ੈਂਟ ਨੂੰ ਕੱਲ੍ਹ ਨੂੰ ਕੋਈ ਗੱਲਬਾਤ ਹੁੰਦੀ ਤੁਸੀਂ ਪੇਸ਼ੈਂਟ ਨੂੰ ਜਿੰਦਾ ਕਰਕੇ ਦਓਗੇ ਸਾਡੇ। ਉਹਨਾਂ ਦੀ ਬੇਟੀ ਆਈ ਹੋਈ ਹੈ, ਉਹਦੇ ਗੋਦ 'ਚ ਵੀ ਬੱਚਾ ਹੈ। ਬੇਟਾ ਮਤਲਬ ਚਲੋ ਤੁਸੀਂ ਇੱਕ ਵਾਰੀ ਚਿਹਰਾ ਦੇਖੋ ਕਿੰਨਾ ਯਾਰ ਮਨ 'ਚ ਦਰਦ ਹੈ, ਪੀੜ ਹੈ। ਔਰ ਮੈਡਮ ਸਾਹਿਬ ਹੀ ਕਹੂੰਗਾ ਹੁਣ ਵੀ ਫੋਨ ਤੇ ਪਤਾ ਨਹੀਂ ਕਿਤੇ ਉੱਤੇ ਇਨਫੋਰਮ ਕਰ ਰਹੇ ਹੋਣੇ ਆ ਕਿ ਆ ਕੇ ਵੀਡੀਓ ਬਣਾ। ਜਿਸ ਕੰਮ ਦੀ ਪੇਸ਼ੈਂਟ ਇੱਥੇ ਹੈ ਸਰ ਜੀ, ਬੈਡ ਨੰਬਰ 6 ਹੈ ਜੀ। ਮਤਲਬ ਜਿਹੜੇ ਈਵਨਿੰਗ ਡਿਊਟੀ ਵਾਲੇ ਸੀ ਉਹਨਾਂ ਨੇ ਕੁਝ ਨਹੀਂ ਕੀਤਾ, ਰਾਤ ਵਾਲੇ ਨੇ ਆ ਕੇ ਲਾਇਆ। ਕੋਈ ਨਹੀਂ ਆਪਾਂ ਦੇਖ ਬਾੜ ਵਿੱਚ ਜਿੰਨੇ ਵੀ ਆ ਮੇਲ ਫੀਮੇਲ ਸਾਰੇ ਬਾਹਰ ਸਿਕਿਉਰਿਟੀ ਵਾਲਾ ਭੇਜਦਾ ਹੀ ਆ। ਜੀ 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 ਬਸ ਉਹਨੇ ਭੇਜਿਆ। ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਅਸੀਂ ਕਿਹਾ ਤੁਸੀਂ ਸਾਰੇ ਬਾਹਰ ਚੱਲ ਜਾਓ, ਜੇ ਸਾਨੂੰ ਸ਼ਾਂਤੀ ਮਿਲੇਗੀ ਅਸੀਂ ਪੇਸ਼ੈਂਟ ਦਾ ਟ੍ਰੀਟਮੈਂਟ ਆਏਗਾ। ਉਸ ਤੋਂ ਬਾਅਦ ਕੁਝ ਨਹੀਂ, ਇਹ ਆਰਾਮ ਨਾਲ ਪਤਾ ਨਹੀਂ ਇਹ ਹੁਣ ਨਹੀਂ ਮੈਨੂੰ ਨਾ ਨਹੀਂ ਮੇਰੇ ਨੋਟਿਸ 'ਚ ਨਾ ਪੁਲਿਸ ਵਾਲੇ ਉਹਨਾਂ ਨੇ ਕੱਪੜੇ ਪੁਲਿਸ ਦੇ ਪਾਏ, ਉਹ ਸਾਡੇ ਸਿਕਿਉਰਿਟੀ ਗਾਰਡ ਆ, ਉਹਨਾਂ ਨੇ ਪਿਆਣੇ। ਤੁਸੀਂ ਕਹੀਏ ਆਪਾਂ ਸਹਿਮਤ। ਮੈਡਮ ਇੱਕ ਬੇਨਤੀ ਹੈ, ਦੇਖੋ ਤੁਸੀਂ ਵੱਧ ਸਿਆਣੇ ਆ, ਤੁਸੀਂ ਪੇਸ਼ੈਂਟ ਨਾਲ ਡੀਲ ਕਰਦੇ। ਦੇਖੋ ਜਿਹਦੀ ਮਾਂ ਇਦਾਂ ਔਖੀ ਹੋਵੇ ਨਾ, ਤਕਲੀਫ ਹੋਵੇ, ਉਹਨਾਂ ਤੋਂ ਬੇਚੈਨੀ ਬਹੁਤ ਹੁੰਦੀ ਹੈ। ਮੈਮ ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਤੁਸੀਂ ਸ਼ਾਂਤ ਹੋ ਜਾਓ, ਅਸੀਂ ਇਹਨਾਂ ਨੂੰ ਦੇਖਾਂਗੇ ਤਾਂ ਹੀ ਕੁਝ ਕਰਾਂਗੇ। ਨਹੀਂ ਉਹ ਤਾਂ ਦੇਖੋ ਡਿਊਟੀ ਬੰਦੀ ਹੈਗੀ ਹੈ। ਬਾਕੀ ਇਦਾਂ ਹੈ ਬ੍ਰਦਰ, ਆ ਦੇਖੋ ਮੈਂ ਦੇਖ ਰਿਹਾ ਇਹਨਾਂ ਦੇ ਇੰਜੈਕਸ਼ਨ ਨਾ ਥੱਲੇੋਂ ਲੱਗ ਕੇ ਆਏ ਹੈਗੇ ਆ ਜੀ। 1 2 3 ਈਵਨ ਸੈਂਪਲ ਵੀ ਲੈ ਲਿੱਤੇ ਗਏ ਆ, ਆ ਦਵਾਈਆਂ ਵੀ ਲਿਖ ਦਿੱਤੀਆਂ ਗਈਆਂ। ਹੁਣ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਹੋਇਆ ਸੀ ਨਾ ਰਾਤ ਦਾ ਪੈਂਡਿੰਗ ਹੈ, ਉਹ ਮੈਡਮ ਨੇ ਫੋਨ ਕਰ ਦਿੱਤਾ। ਚਲੋ ਸਰ ਜੀ ਤੁਸੀਂ ਇੰਨੇ ਪਿਆਰ ਨਾਲ ਦੱਸ ਰਹੇ ਜੇ ਇਹ ਵੀ ਦੱਸ ਦੇਣ ਕਿ ਟ੍ਰੀਟਮੈਂਟ ਹੋ ਰਿਹਾ ਆ, ਪੇਸ਼ੈਂਟ ਦੀ ਰਿਕਵਰੀ ਹੋ ਰਹੀ ਆ, ਉਹਨਾਂ 'ਚ ਬੰਦਾ ਸ਼ਾਂਤ। ਇਹਨਾਂ ਦੇ ਤੇ ਇੱਕ ਮਦਰ ਹੈ, ਸਾਡੇ ਵਾਸਤੇ ਹੋਲ ਪੇਸ਼ੈਂਟ ਮਦਰ ਤੇ ਸਾਰੀਆਂ ਮਦਰ ਇਹਨਾਂ ਦੀਆਂ ਸਾਰੀਆਂ ਮਦਰ ਸਾਡੇ ਵਾਸਤੇ ਸਾਰੇ ਮਦਰ ਹੈ, ਸਾਰੇ ਬ੍ਰਦਰ ਹੈ। ਚਲੋ ਕੋਈ ਨਹੀਂ, ਇਹਨਾਂ ਦਾ ਚਲੋ ਹੁਣ ਤੁਸੀਂ ਪਤਾ ਕੀ ਹੈ, ਜਦੋਂ ਗਲੂਕੋਸ ਕਹਿੰਦੇ ਲਟਕਿਆ ਲੇਕਿਨ ਲਾਇਆ ਨਹੀਂ। ਜੇ ਮਦਰ ਹੁੰਦੀ ਤਾਂ ਸ਼ਾਇਦ ਲੱਗ ਜਾਂਦਾ। ਦੋਸਤੋ ਕਹਿੰਦੇ ਆ ਕਿ ਔਖੀ ਘੜੀ ਗਰੀਬ ਬੰਦੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤੇ ਉਸਤਾਦ ਇਸ ਸਮੇਂ ਆਰਾਮ ਨਾਲ ਸੋ ਰਹੇ ਨੇ। ਜੇ ਸਿਰਫ ਕਹਿਣ ਨਾਲ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ, ਜੇ ਸਿਰਫ ਕਹਿਣ ਨਾਲ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਤਾਂ ਅਸੀਂ ਵੀ ਕਹਿ ਦਿੰਦੇ। ਬਹੁਤ ਕੰਮ ਹੋ ਰਹੇ ਨੇ, ਬਹੁਤ ਕੰਮ ਹੋ ਰਹੇ ਨੇ। ਸਤਿ ਸ਼੍ਰੀ ਅਕਾਲ, P32 ਨਵਾਂ ਸ਼ਹਿਰ ਦੇਖ ਰਹੇ ਹੋ। ਇਸ ਸਮੇਂ ਅਸੀਂ ਨਵਾਂ ਸ਼ਹਿਰ ਸਿਵਲ ਹਸਪੀਟਲ ਵਿਖੇ ਮੌਜੂਦ ਹਾਂ ਔਰ ਇਹ ਇੱਕ ਪਰਿਵਾਰ ਸਾਡੇ ਨਾਲ ਹੈ, ਭੈਣ ਭਰਾ। ਇਹ ਭੈਣ ਭਰਾ ਬਹੁਤ ਤੜਪ ਰਹੇ ਨੇ, ਮਨ ਵਿੱਚ ਬਹੁਤ ਭਗਦੜ ਮਚੀ ਹੋਈ ਹੈ ਔਰ ਇਹਨਾਂ ਦੀ ਮੰਮੀ ਬਿਮਾਰ ਹੈ। ਜਦੋਂ ਮਾਂ ਬਿਮਾਰ ਹੁੰਦੀ ਹੈ ਇਹ ਦਿਲ ਨੂੰ ਪਤਾ ਕਿ ਕਿੰਨੀ ਦਰਦ ਹੁੰਦੀ ਹੈ, ਕਿਉਂਕਿ ਮਾਂ ਬਿਨਾਂ ਸੰਸਾਰ ਜਿਹੜਾ ਸੱਖਣਾ ਹੋ ਜਾਂਦਾ ਔਰ ਬੰਦਾ ਕੱਖੋਂ ਹੌਲਾ ਹੋ ਜਾਂਦਾ। ਇਹਨਾਂ ਦੇ ਭਾਵ ਮੈਂ ਇੱਥੇ ਕੋਲ ਖੜਾ ਮਹਿਸੂਸ ਕਰ ਸਕਦਾ ਔਰ ਇਹਨਾਂ ਨੇ ਇੱਕ ਵਾਰ ਨਹੀਂ ਕਈ ਵਾਰ ਸਾਨੂੰ ਫੋਨ ਕੀਤੇ ਕਿ ਸਾਡੀ ਬਾਤ ਨਹੀਂ ਪੁੱਛੀ ਜਾ ਰਹੀ। ਅਸੀਂ ਵੀ ਬਹੁਤ ਸਪੀਡ ਨਾਲ ਆਏ, ਭੱਜੇ ਆਏ ਹਾਂ ਤਾਂ ਜੋ ਸਾਡੀ ਭੈਣ ਜਿਹੜੀ ਸਾਨੂੰ ਕਾਲ ਕਰ ਰਹੀ ਉਹਦਾ ਸਾਥ ਦਈਏ, ਔਖੀ ਘੜੀ ਉਹਦੇ ਨਾਲ ਖੜੀਏ। ਇਹਨਾਂ ਦਾ ਇਹ ਕਹਿਣਾ ਹੈ ਕਿ ਦੇਖੋ ਆਮ ਤੌਰ ਤੇ ਕੀ ਹੁੰਦਾ, ਕਿਹਾ ਜਾਂਦਾ ਕਿ ਸਰਕਾਰੀ ਹਸਪਤਾਲਾਂ ਵਿੱਚ ਕਸਰ ਨਹੀਂ ਰੱਖੀ ਜਾ ਰਹੀ, ਕਸਰ ਨਹੀਂ ਰੱਖਦੇ, ਬਹੁਤ ਮੌਕੇ 'ਤੇ ਮਦਦ ਕੀਤੀ ਜਾ ਰਹੀ ਹੈ। ਪਰ ਇਹ ਕਹਿੰਦੇ ਕਸਰ ਰੱਖੀ ਜਾ ਰਹੀ ਹੈ, ਸਾਡੀ ਬਾਤ ਨਹੀਂ ਪੁੱਛੀ ਜਾ ਰਹੀ। ਕੀ ਤਕਲੀਫਾਂ ਆਈਆਂ ਜਾਣ ਲੈਂਦੇ ਆ, ਫਿਰ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਤਕਲੀਫਾਂ ਕਿਉਂ ਆਈਆਂ। ਉਸ ਤੋਂ ਬਾਅਦ SMO ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੇ ਲੀਡਰ ਨੇ, ਲੀਡਰ ਸਹਿਬਾਨ ਨੇ, ਉਹਨਾਂ ਨੂੰ ਵੀ ਪੁੱਛਾਂਗੇ ਕਿ ਜੇ ਔਖੀ ਘੜੀ ਪੇਸ਼ੈਂਟ ਨੂੰ ਬਚਾਉਣਾ ਜ਼ਰੂਰੀ ਹੁੰਦਾ ਕਿ ਔਖੀ ਘੜੀ ਇਹ ਦੱਸਣਾ ਜ਼ਰੂਰੀ ਹੁੰਦਾ ਕਿ ਜੀ ਤੁਸੀਂ ਪੇਸ਼ੈਂਟ ਨੂੰ ਪਹਿਲਾਂ ਉੱਪਰਲੇ ਫਲੋਰ ਤੋਂ ਥੱਲੇ ਲਿਆਓ, ਸਾਡੇ ਕੋਲ ਬੇਲ ਨਹੀਂ ਹੈ, ਸਾਡੇ ਕੋਲ ਟਾਈਮ ਨਹੀਂ ਹੈ, ਇਹ ਕਹਿਣਾ ਜ਼ਰੂਰੀ ਹੁੰਦਾ। ਔਰ ਜਦੋਂ ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ, ਜਿਹੜਾ ਪੀੜਤ ਪਰਿਵਾਰ ਹੁੰਦਾ ਉਹਦੇ ਮਨ 'ਤੇ ਕੀ ਬੀਤਦੀ, ਜਿਹਦੀ ਮਾਂ ਜਿਹੜੀ ਇਸ ਤਰੀਕੇ ਹਸਪੀਟਲ ਵਿੱਚ ਐਡਮਿਟ ਹੋਵੇ ਔਰ ਉਹਨਾਂ ਨੂੰ ਬਾਰ-ਬਾਰ ਜਿਹੜੀ ਮਨ 'ਚ ਬੁਰੇ ਖਿਆਲ ਆਉਂਦੇ ਹੋਣ, ਉਹਨਾਂ ਨੂੰ ਤਸੱਲੀ ਦੇਣੀ ਚਾਹੀਦੀ ਹੈ ਕਿ ਕਹਿਣਾ ਚਾਹੀਦਾ ਅਸੀਂ ਵਿਹਲੇ ਨਹੀਂ ਹਾਂ। ਅੰਕਲ ਤਾਂ ਸਮਝ ਕੇ ਇੱਥੇ ਡਰ ਰਹੇ ਆ ਵੀ ਜੇ ਦਿਖਾ ਦੇ। ਆਪਾਂ ਸੱਚੀ ਗੱਲ ਕਰਾਂਗੇ ਜੀ, ਝੂਠੀ ਗੱਲ ਕੋਈ ਨਹੀਂ ਕਰਨੀ। ਕਿਸੇ ਗੱਲ ਦਾ ਕੋਈ ਪਰਦਾ ਨਹੀਂ, ਸਾਡਾ ਆਪਣਾ ਹੀ ਪਰਿਵਾਰ ਹੈ। ਜਿਹੜਾ ਪਰਿਵਾਰ ਦੁਖੀ ਸਾਡਾ ਆਪਣਾ ਪਰਿਵਾਰ ਹੈ। ਅੰਕਲ ਜੀ ਕਹਿੰਦੇ ਖਬਰ ਪਾਈਏ ਨਾ ਪਾਈਏ ਕਿਤੇ ਨਜਾਇਜ਼ ਪਰਚੇ ਨਾ ਹੋ ਜਾਣ।
ਪਰ ਯਾਰ ਜੇ ਦਵਾਈ ਲੈਣ ਆਏ ਆ, ਟ੍ਰੀਟਮੈਂਟ ਕਰਵਾਉਣ ਆਏ ਆ, ਜੇ ਧਮਕੀਆਂ ਦਿੱਤੀਆਂ ਜਾ ਰਹੀਆਂ, ਇਹਨਾਂ ਨੂੰ ਕੀ ਧਮਕੀ ਦਿੱਤੀ ਜਾ ਰਹੀ ਉਹ ਵੀ ਪੁੱਛ ਲਾਂਗੇ। ਪਰ ਜੇ ਧਮਕੀਆਂ ਦਿੱਤੀਆਂ ਜਾ ਰਹੀਆਂ ਫਿਰ ਇਹ ਇਨਸਾਫ ਨਹੀਂ ਹੈ, ਇਹ ਧੱਕਾ, ਔਰ ਧੱਕਾ ਨਹੀਂ ਹੋਣ ਦੇਣਾ। ਹਾਂਜੀ, ਕਹਿੰਦੀ ਮੈਂ ਪੁਲਿਸ ਨੂੰ ਬਣਾਉਣ ਲੱਗੀ ਹਾਂ ਫੋਨ ਕਰਕੇ, ਮੈਂ ਪੁਲਿਸ ਨੂੰ ਸੱਦਦੀ ਹਾਂ, ਮੈਂ ਸੱਦ ਲਓ ਜੀ ਆਹ ਗੱਲ। ਕਿ ਤੁਸੀਂ ਸਾਨੂੰ ਆ ਕੇ ਕਹਿ ਰਹੇ ਹੋ ਤੁਸੀਂ ਸਾਡਾ ਟ੍ਰੀਟਮੈਂਟ ਕਿਉਂ ਨਹੀਂ ਕਰ ਰਹੇ ਹੋ, ਕਿਉਂਕਿ ਸਰ ਅਸੀਂ 4 ਵਜੇ ਦਾ ਮੰਮਾ ਤੜਫ ਰਹੇ ਆ ਦਰਦ ਦੇ ਨਾਲ, ਬੁਖਾਰ ਦੇ ਨਾਲ, ਠੀਕ ਹੈ ਜੀ। ਜੇ ਪੇਸ਼ੈਂਟ ਨੂੰ ਅਸੀਂ ਤੜਫਾਣਾ ਆ ਫਿਰ ਅਸੀਂ ਆਪਣੇ ਘਰ ਰੱਖ ਕੇ ਕਿਉਂ ਨਾ ਤੜਫਾਈਏ, ਅਸੀਂ ਹਸਪੀਟਲ 'ਚ ਕਿਉਂ ਲੈ ਕੇ ਆਈਏ। ਪੂਰੀ ਭੈਣ ਜੀ ਸਟੋਰੀ ਦੱਸੋ, ਮਦਰ ਕਦੋਂ ਬਿਮਾਰ ਹੋਏ, ਕੀ ਪ੍ਰੋਬਲਮ ਹੈ ਉਹਨਾਂ ਨੂੰ? ਮਦਰ ਨੂੰ ਵੀਰਵਾਰ ਦਾ ਫੀਵਰ ਚੱਲ ਰਿਹਾ ਸੀਗਾ ਸਰ, ਡਾਕਟਰ ਪਾਲੀ ਆ, ਠੀਕ ਹੈ ਜੀ। ਤੇ ਅਸੀਂ ਉਹਨਾਂ ਦੇ ਕੋਲ ਇਹਨਾਂ ਦਾ ਟ੍ਰੀਟਮੈਂਟ ਲੈ ਰਹੇ ਸੀ, ਉਹਨਾਂ ਨੇ ਠੀਕ ਹੈ ਇਹਨਾਂ ਦੇ ਵਾਇਰਲ ਫੀਵਰ ਦੇ ਇੰਜੈਕਸ਼ਨ ਲਗਾਏ, ਨਹੀਂ ਫਰਕ ਪਿਆ ਬਿਲਕੁਲ ਵੀ। ਤਾਂ ਉਹ ਕਹਿੰਦੇ ਕਿ ਤੁਸੀਂ ਇਹਨਾਂ ਨੂੰ ਸਿਵਲ ਹਸਪੀਟਲ ਜਾ ਕੇ ਐਡਮਿਟ ਕਰਵਾ ਦਿਓ। ਅਸੀਂ 12 ਵਜੇ ਇਹਨਾਂ ਨੂੰ ਲੈ ਕੇ ਆਏ, ਉਹਨਾਂ ਨੇ ਐਡਮਿਟ ਕਰ ਲਿਆ। ਹਾਂਜੀ, ਜਦੋਂ ਪਹਿਲਾਂ ਤਾਂ ਐਮਰਜੈਂਸੀ ਆ ਕੇ ਸਾਡੀ ਪੁੱਛਗਿੱਛ ਹੋਈ, ਠੀਕ ਹੈ ਜੀ। ਐਮਰਜੈਂਸੀ ਦੇ ਵਿੱਚ ਉਹਨਾਂ ਨੇ ਟ੍ਰੀਟਮੈਂਟ ਵਧੀਆ ਸਟਾਰਟ ਕੀਤਾ, ਸਾਨੂੰ ਵੀ ਲੱਗਾ ਕਿ ਹਾਂਜੀ ਚਲੋ ਇਹਨਾਂ ਨੇ ਟ੍ਰੀਟਮੈਂਟ ਸ਼ੁਰੂ, ਹਾਂਜੀ ਵੀ ਸਾਡੀ ਕੇਅਰ ਸ਼ੁਰੂ ਹੋ ਗਈ, ਮੰਮਾ ਠੀਕ ਹੋ ਜਾਣਗੇ, ਹੁਣ ਥੋੜੇ ਜੇ ਫਰਕ ਪੈ ਜਾਊਗਾ। ਹਾਂ, ਜਦੋਂ ਉਹਨਾਂ ਸਾਨੂੰ ਉੱਪਰ ਸ਼ਿਫਟ ਕਰ ਦਿੱਤਾ, ਥੱਲੇ ਕਹਿੰਦੇ ਫਸਟ ਫਲੋਰ ਤੇ ਸ਼ਿਫਟ ਕੀਤਾ, ਸਿੱਧਾ ਸੈਕੰਡ ਫਲੋਰ ਤੇ ਕੀਤਾ। ਫਲੋਰ ਤੇ ਭੇਜਿਆ ਉਹਨਾਂ ਨੇ। ਇੱਥੇ ਆਏ ਜੀ, ਕਹਿੰਦੇ ਸਾਡੇ ਕੋਲ ਬੈੱਡ ਹੈ ਨਹੀਂ ਖਾਲੀ ਕੋਈ ਵੀ, ਤੁਸੀਂ ਉੱਪਰ ਲੈ ਜਾਓ। ਅਸੀਂ ਉੱਪਰ ਲੈ ਕੇ ਸੈਕੰਡ ਫਲੋਰ ਤੇ ਆਪੇ ਹੀ ਲੈ ਕੇ ਗਏ ਵੀਲ ਚੇਅਰ ਤੇ ਭਾਜੀ, ਤੁਸੀਂ ਰੈਂਪ ਤੇ ਦੇਖ ਲਓ। ਮੈਂ ਆਪ ਹੀ ਲੈ ਕੇ ਗਿਆ, ਮੈਂ ਉੱਪਰ ਤੇ ਥੱਲੇ ਵੀ ਲੈ ਕੇ ਆਉਣਾ, ਤੇ ਉੱਪਰੋਂ ਲੈ ਕੇ ਆਇਆ ਮੈਂ ਥੱਲੇ, ਫੇਰ ਇਹਨਾਂ ਕੋਲ 4 ਵਾਰੀ ਮੈਂ ਆ ਕੇ ਗੇੜੇ ਮਾਰੇ। ਉੱਪਰੋਂ ਥੱਲੇ ਕਿਉਂ ਲੈ ਕੇ ਆਏ? ਇਹਨਾਂ ਨੇ ਫਿਰ 8 ਵਜੇ ਹੀ ਮੈਂ ਥੱਲੇ ਆਇਆ, ਨਰਸ ਨੂੰ ਕਿਹਾ, ਮੈਂ ਕਿਹਾ ਸਿਸਟਰ ਵੀ ਤੁਸੀਂ ਸਾਡਾ ਪੇਸ਼ੈਂਟ ਉੱਤੇ ਤੜਫ ਰਿਹਾ, ਵੀ ਤੁਸੀਂ 4 ਵਜੇ ਦੀ ਬੋਤਲ ਉੱਪਰ ਟੰਗੀ ਆ ਗਲੂਕੋਜ਼ ਦੀ, ਲਾਈ ਨਹੀਂ ਆ, ਟੰਗ ਕੇ ਚਲਾ ਗਿਆ। ਜਿਹੜੀ ਆਪਣੇ ਈਵਨਿੰਗ ਇੱਥੇ ਡਿਊਟੀ ਦੇ ਸੀਗੇ ਸਿਸਟਰ, ਉਹਨਾਂ ਨੇ ਕਿਹਾ ਵੀ ਸਾਨੂੰ ਵੀ ਔਖਾ ਹੁੰਦਾ ਉੱਪਰ ਜਾਣ ਨੂੰ, ਸਾਡੀਆਂ ਵੀ ਲੱਤਾਂ ਦੁਖਦੀਆਂ, ਵੀ ਇਕੱਲਾ ਪੇਸ਼ੈਂਟ ਦੇਖਣਾ ਸਾਨੂੰ ਉੱਪਰ ਔਖਾ ਹੁੰਦਾ, ਵੀ ਸਾਡੇ ਕੋਲ ਇੱਕ ਪੇਸ਼ੈਂਟ ਦੇਖਣ ਨੂੰ ਬਹੁਤ ਮੁਸ਼ਕਲ ਆਉਂਦੀ ਹੈ, ਵੀ ਸਾਡੇ ਕੋਲ ਨਹੀਂ ਉੱਪਰ ਜਾ ਹੁੰਦਾ ਬਾਰ-ਬਾਰ, ਵੀ ਜੇ ਸਾਡਾ ਬੈੱਡ ਖਾਲੀ ਹੋਊਗਾ ਥੱਲੇ ਸੱਦ ਲਵਾਂਗੇ। ਫਿਰ ਮੈਂ 8 ਵਜੇ ਫੇਰ ਇਹਨਾਂ ਕੋਲ ਵੀ ਆ ਕੇ ਗੇੜਾ ਮਾਰਿਆ, ਮੈਂ ਕਿਹਾ ਸਿਸਟਰ ਵੀ ਤੜਫ ਰਹੇ ਆ, ਵੀ ਮਦਰ ਮੇਰੀ, ਉਹਨਾਂ ਨੂੰ ਕੋਈ ਇੰਜੈਕਸ਼ਨ ਵਗੈਰਾ ਜਾਂ ਕੋਈ ਦਵਾਈ ਦਿਓ, ਗਲੂਕੋਜ਼ ਲਾਇਆ, ਵੀ ਤੁਸੀਂ ਟੰਗੋ ਆ ਕੇ। ਉਹ ਕਹਿੰਦੇ ਤੁਸੀਂ ਪੇਸ਼ੈਂਟ ਥੱਲੇ ਲਿਓ। ਮੈਂ ਲੈ ਕੇ ਆਇਆ, ਇਹ ਰੈਂਪ ਤੇ ਦੇਖ ਲਓ, ਲਾਈਟ ਬਿਲਕੁਲ ਵੀ ਹੈ ਨਹੀਂ, ਕਿ ਹਨੇਰਾ ਆ ਰੈਂਪ ਤੇ ਬਿਲਕੁਲ ਵੀ। ਮੈਂ ਇਕੱਲਾ ਥੱਲੇ ਲੈ ਕੇ ਆਇਆ, ਇੱਥੇ ਲਿਆ ਖੜਾ ਕੀਤਾ, ਮੈਂ ਕਿਹਾ ਸਿਸਟਰ ਦੇਖੋ, ਕਹਿੰਦੇ 6 ਨੰਬਰ ਬੈੱਡ ਤੇ ਲੰਮੇ ਪਾ ਦਿਓ। 20-25 ਮਿੰਟ ਤੇ ਲੰਮੇ ਪਾਈ ਰੱਖਿਆ। ਮੈਂ ਕਿਹਾ ਹੁਣ ਦੇਖੋ, ਕਹਿੰਦੇ ਪਹਿਲਾਂ ਹੀ ਬੱਚਿਆਂ ਦਾ ਪਹਿਲਾਂ ਟ੍ਰੀਟਮੈਂਟ ਸ਼ੁਰੂ ਹੋਊਗਾ, ਬਾਰੀ ਲੈਣ ਬਾਈ ਬਾਅਦ 'ਚ ਬਾਰੀ ਆਊਗੀ ਤੁਹਾਡੀ, ਫੇਰ ਅਸੀਂ ਦੇਖਾਂਗੇ। ਤੇ ਉੱਪਰੋਂ ਸਾਨੂੰ 8 ਵਜੇ ਤੱਕ ਕੋਈ ਉਹਨਾਂ ਨੂੰ ਪੁੱਛਗਿੱਛ ਨਹੀਂ ਕੀਤੀ, 4 ਤੋਂ ਲੈ ਕੇ 8 ਵਜੇ ਤੱਕ ਸਾਨੂੰ ਕੋਈ ਵੀ ਕਿਸੇ ਨੇ ਪੁੱਛਿਆ ਨਹੀਂ। ਗਲੂਕੋਜ਼ ਵਗੈਰਾ ਡ੍ਰਿਪ ਲਗਾਈ ਗਈ? ਹੁਣ ਲਾਈ 8 ਵਜੇ ਜੀ, ਉਸ ਤੋਂ ਪਹਿਲਾਂ ਕੋਈ ਨਹੀਂ ਲਾਈ। ਜਦ ਤੱਕ ਕੋਈ ਡ੍ਰਿਪ ਨਹੀਂ 4 ਵਜੇ ਤੋਂ ਲੈ ਕੇ 12 ਵਜੇ ਲਾਈ ਸੀ ਸਰ, ਉਸ ਤੋਂ ਬਾਅਦ 4 ਵਜੇ ਤੱਕ, 4 ਵਜੇ ਤੋਂ ਲੈ ਕੇ 8 ਵਜੇ ਤੱਕ ਇਹਨਾਂ ਨੇ ਕੋਈ ਨਹੀਂ ਲਾਈ, ਸਿਰਫ ਟੰਗ ਕੇ ਆ ਗਏ ਉੱਪਰ, ਲਗਾਈ ਨਹੀਂ ਆ ਬਸ। ਉਹਨਾਂ ਦੇ ਸਿਰਫ ਟੰਗਣ ਦੇ ਨਾਲ ਥੋੜੀ ਨਾ ਟ੍ਰੀਟਮੈਂਟ ਹੁੰਦਾ ਆ, ਕਿ ਇਹ ਥੋੜਾ ਨਾ ਆਪਾਂ ਦਵਾਈ ਸਰਾਣੇ ਰੱਖ ਦਿੱਤੀ ਤਾਂ ਪੇਸ਼ੈਂਟ ਨੂੰ ਆਰਾਮ ਆ ਜਾਣਾ, ਇਹ ਥੋੜੀ ਨਾ ਗੱਲ ਹੁੰਦੀ। ਹਾਂ, ਤੁਸੀਂ ਟੰਗ ਦਿੱਤੀ, ਉਹਨੂੰ ਲਗਾ ਦਿਓ, ਜਾਂ ਤਾਂ ਜਦ ਤੁਸੀਂ ਲਗਾ ਨਹੀਂ ਰਹੇ, ਫਿਰ ਜਦ ਪੇਸ਼ੈਂਟ ਦੇ ਦਰਦ ਹੋ ਰਹੀ, ਅਸੀਂ ਤੁਹਾਨੂੰ ਦੱਸ ਰਹੇ ਕਿ ਪੇਸ਼ੈਂਟ ਨੂੰ ਆ ਪ੍ਰੋਬਲਮ ਆ ਰਹੀ ਆ। ਫਿਰ ਜਦੋਂ ਮੈਂ ਆ ਕੇ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਜੇ ਪੇਸ਼ੈਂਟ ਨੂੰ ਕੱਲ੍ਹ ਨੂੰ ਕੋਈ ਗੱਲਬਾਤ ਹੁੰਦੀ, ਤੁਸੀਂ ਪੇਸ਼ੈਂਟ ਨੂੰ ਜਿੰਦਾ ਕਰਕੇ ਦਿਓਗੇ ਸਾਡੇ ਨੂੰ? ਜੇ ਸਾਡੀ ਮਾਂ ਨੂੰ ਕੁਝ ਹੋ ਜਾਂਦਾ, ਤੁਸੀਂ ਸਾਡੀ ਮਾਂ ਨੂੰ ਜਿੰਦਾ ਕਰ ਦੋਗੇ? ਫਿਰ ਤੁਸੀਂ ਲਾਸਟ ਟਾਈਮ ਤੇ ਆ ਕੇ ਜਦੋਂ ਐਨ ਪੇਸ਼ੈਂਟ ਦੀ ਬੱਸ ਹੋ ਜਾਂਦੀ, ਫਿਰ ਤੁਹਾਡੇ ਵਰਗੇ ਆ ਕੇ ਕਹਿ ਦਿੰਦੇ ਸਾਡੇ ਹੱਥ ਖੜ ਗਏ, ਇਹਨਾਂ ਨੂੰ PGI ਲੈ ਜਾਓ। ਉਹ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ, ਜਦ ਹੱਥ ਖੜ ਜਾਂਦੇ ਫਿਰ PGI ਭੇਜ ਦਿੰਦੇ ਆ। ਜਦ ਤੁਸੀਂ ਟ੍ਰੀਟਮੈਂਟ ਹੀ ਕਰਨਾ ਨਹੀਂ ਹੈਗਾ, ਫਿਰ ਤੁਹਾਡੇ ਹੱਥ ਹੀ ਖੜਨਗੇ, ਹੋਰ ਸਰ ਕੀ ਹੋਵੇਗਾ? ਉੱਪਰ ਕੋਈ ਪੇਸ਼ੈਂਟ ਨਹੀਂ ਆ, ਸਾਰੇ ਬੈੱਡ ਖਾਲੀ ਪਏ, ਸਿਰਫ ਮੈਂ ਤੇ ਸਿਰਫ ਮੇਰੀ ਮਦਰ ਸੀ। 4 ਵਜੇ ਦੇ ਉੱਪਰ ਬੈਠੇ ਆ, ਮੈਂ 4 ਗੇੜੇ ਥੱਲੇ ਲਾਏ, ਕੋਈ ਨਹੀਂ ਆਇਆ ਸਰ। ਬੋਤਲ ਟੰਗੀ ਗਲੂਕੋਜ਼ ਦੀ ਰੈਂਪ ਤੇ, ਤੁਸੀਂ ਦੇਖ ਲਓ ਪੂਰਾ ਹਨੇਰਾ ਆ, ਇਸ ਟਾਈਮ ਵੀ ਪੂਰਾ ਹਨੇਰਾ, ਉੱਪਰ ਵੀ ਲਾਈਟਾਂ ਆਈ ਆ। ਜਿਹੜੇ ਮੈਂ ਮੈਡਮ ਜੀ ਨੂੰ ਦਾਖਲ ਕਰਾਉਣਾ ਜਾ ਕੇ, ਮੈਂ ਡਾਕਟਰ ਸਾਹਿਬ ਨੇ ਪਰਚੀ ਬਣਾ ਕੇ ਦੇ ਦਿੱਤਾ, ਅਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਫੋਨ ਕਰਕੇ ਆ ਵੀ ਤੁਸੀਂ ਮਰੀਜ਼ ਇਹਨਾਂ ਤੰਗ ਆ, ਤੁਸੀਂ ਇਹਨੂੰ ਇੱਥੇ ਕਿਉਂ ਨਹੀਂ ਰੱਖਿਆ, ਤੁਸੀਂ ਮੇਰੇ ਕੋਲ ਕਿਉਂ ਭੇਜਿਆ? ਫਿਰ ਡਾਕਟਰ ਸਾਹਿਬ ਨੇ ਕਿਹਾ ਇਹ ਜਾ ਕੇ ਹੁਣੇ ਟੀਕਾ ਲਿਖ ਦਿੱਤਾ, ਇਹਦੇ ਹੁਣੇ ਲਾਓ। ਇਹਨਾਂ ਨੇ ਉਹ ਟੀਕਾ ਵੀ ਨਹੀਂ ਲਾਇਆ। ਡਾਕਟਰ ਸਾਹਿਬ ਦੁਬਾਰਾ ਫਿਰ ਮੈਂ ਕਿ ਦਵਾਈ ਲਿਖਾਉਣ ਵਾਸਤੇ, ਡਾਕਟਰ ਸਾਹਿਬ ਦਾ ਟੀਕਾ ਨਹੀਂ ਲਾਇਆ। ਮੈਂ ਕਿਹਾ ਨਹੀਂ ਲਾਇਆ ਜੀ। ਕਹਿੰਦੇ ਉਹਨਾਂ ਕਿਉਂ ਨਹੀਂ ਲਾਇਆ? ਤੁਹਾਡੇ ਕਹਿਣ ਦਾ ਮਤਲਬ ਡਾਕਟਰ ਨੇ ਟ੍ਰੀਟਮੈਂਟ ਦੱਸ ਦਿੱਤਾ ਸੀ, ਲੇਕਿਨ ਅਣਗਹਿਲੀ ਇਹਨਾਂ ਦੇ ਪੱਖੋਂ ਹੋ ਰਹੀ। ਬੰਦੇ ਨੇ ਹਾਂਜੀ ਕੀਤੀ। ਉਹ ਕਹਿੰਦੇ ਉਹਨਾਂ ਡਾਕਟਰ ਸਾਹਿਬ ਨੇ ਪੁੱਛਿਆ ਉਹਨਾਂ ਟੀਕਾ ਕਿਉਂ ਨਹੀਂ ਲਾਇਆ? ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਜੀ। ਜਦੋਂ ਸਰ ਬੰਦੇ ਨੂੰ ਗੁੱਸਾ ਆਉਂਦਾ, ਬੰਦੇ ਦਾ ਟ੍ਰੀਟਮੈਂਟ ਨਹੀਂ ਹੋ ਰਿਹਾ, ਫਿਰ ਬੰਦਾ ਕਲਪ ਕੇ ਬੋਲਦਾ ਹੀ ਵੀ ਤੁਸੀਂ ਕਿਉਂ ਨਹੀਂ ਕਰ ਰਹੇ ਸਾਡਾ ਟ੍ਰੀਟਮੈਂਟ। ਫਿਰ ਜਦੋਂ ਅਸੀਂ ਬੋਲੇ, ਫਿਰ ਕਹਿੰਦੇ ਅਸੀਂ ਪੁਲਿਸ ਸੱਦਣੀ ਆ। ਅਸੀਂ ਕਿਹਾ ਤੁਸੀਂ ਸੱਦ ਲਓ ਪੁਲਿਸ, ਸਾਨੂੰ ਕੋਈ ਡਰ ਨਹੀਂ। ਅਸੀਂ ਜੇ ਕੁਝ ਗਲਤ ਕੀਤਾ ਸੀ, ਤੁਹਾਡੀ ਤੋੜ ਭੰਨ ਨਹੀਂ ਕੀਤੀ, ਕੋਈ ਹੱਥੋਂ ਪਾਈ ਨਹੀਂ ਗਾ, ਅਸੀਂ ਤੁਹਾਨੂੰ ਬੋਲੇ ਆ, ਅਸੀਂ ਤਾਂ ਬੋਲਣਾ। ਵੀ ਸਾਡਾ ਪੇਸ਼ੈਂਟ ਤੜਫ ਰਿਹਾ, ਵੀ 4 ਵਜੇ ਮੈਂ ਹੁਣ ਡ੍ਰਿਪ ਕਦੋਂ ਲਾਈ ਹੈ? 8 ਵਜੇ ਲਾਈ ਸਰ ਜੀ ਇਹਨਾਂ ਨੇ ਡ੍ਰਿਪ। ਅੱਛਾ, 8 ਵਜੇ ਜੀ, ਉਹ ਵੀ ਜੇ ਤੁਹਾਨੂੰ ਵੀ ਫੋਨ ਕੀਤਾ 8 ਵਜੇ, ਉਦੋਂ ਲਾਈ ਇਹਨਾਂ ਨੇ ਡ੍ਰਿਪ ਸਰ, ਪਹਿਲਾਂ ਨਹੀਂ ਲਾਈ ਸਰ। ਪਹਿਲਾਂ ਕੀ ਕਹਿੰਦੇ ਕਿ ਬਾਰੀ ਪਹਿਲਾਂ ਕਹਿੰਦੇ ਬਾਰੀ ਜਦੋਂ ਆ ਗਈ ਉਦੋਂ ਬੱਚਿਆਂ ਦਾ ਟ੍ਰੀਟਮੈਂਟ ਹੈ ਚੱਲ ਰਿਹਾ, ਅਸੀਂ ਆਉਂਦੇ ਆ ਤੁਹਾਡੇ ਵੱਲ ਵੀ। ਦੱਸਿਆ ਨਹੀਂ ਐਮਰਜੈਂਸੀ ਹੈ? ਸਰ ਦੱਸ ਰਹੇ ਆ ਕਿ ਪੇਸ਼ੈਂਟ ਤੜਫ ਰਿਹਾ ਆ। ਉੱਪਰੋਂ ਜਾ ਕੇ ਥੱਲੇ ਵੀ ਪੇਸ਼ੈਂਟ ਪਾਤਾ ਬੈੱਡ ਤੇ, ਪਰ ਇਹਨਾਂ ਨੇ ਫਿਰ 20-25 ਮਿੰਟ ਕੋਈ ਖਬਰਸਾਰ ਨਹੀਂ ਪੁੱਛੀ ਸਰ ਜੀ। ਤੁਸੀਂ ਪਰਿਵਾਰ ਦੇ ਹਾਲਾਤ ਦੇਖ ਸਕਦੇ ਹੋ। ਜਿਹੜੇ ਪੇਸ਼ੈਂਟ, ਉਹਨਾਂ ਦੀ ਬੇਟੀ ਆਈ ਹੋਈ ਹੈ, ਉਹਦੇ ਗੋਦ 'ਚ ਵੀ ਬੱਚਾ ਹੈ। ਬੇਟਾ ਮਤਲਬ ਚਲੋ ਤੁਸੀਂ ਇੱਕ ਵਾਰੀ ਚਿਹਰਾ ਦੇਖੋ, ਕਿੰਨਾ ਯਾਰ ਮਨ 'ਚ ਦਰਦ ਹੈ, ਪੀੜ ਹੈ। ਔਰ ਮੈਡਮ ਸਾਹਿਬ ਹੀ ਕਹੂੰਗਾ, ਹੁਣ ਵੀ ਫੋਨ ਤੇ ਪਤਾ ਨਹੀਂ ਕਿਤੇ ਉੱਤੇ ਇਨਫੋਰਮ ਕਰ ਰਹੇ ਹੋਣੇ ਆ ਕਿ ਆ ਕੇ ਵੀਡੀਓ ਬਣਾ ਰਹੇ ਆ। ਉਹ ਯਾਰ ਜੇ ਪੇਸ਼ੈਂਟ ਆਇਆ, ਇਹਨਾਂ ਦੀ ਬੇਬਸੀ ਤਾਂ ਸਮਝੋ।
ਦਰਦ ਤਾਂ ਸਮਝੋ, ਜੋ ਇਹਨਾਂ ਕੋਲ ਇੰਨੇ ਪੈਸੇ ਹੁੰਦੇ ਕਿ ਕਿਤੇ ਬਾਹਰੋਂ ਟ੍ਰੀਟਮੈਂਟ ਕਰਾ ਲੈਂਦੇ, ਇੱਥੇ ਆਉਂਦੇ ਕਿਉਂ? ਬੜੀ ਛੋਟੀ ਜਿਹੀ ਦੁਕਾਨ ਹੈ, ਬੜੀ ਮੁਸ਼ਕਿਲ ਨਾਲ ਘਰ ਚੱਲਦਾ, ਪਰਿਵਾਰ ਚੱਲਦਾ, ਅੰਕਲ ਹੁਣੀ ਬਹੁਤ ਮਿਹਨਤ ਕਰਦੇ ਆ ਔਰ ਇੱਕ ਆਸ ਨਾਲ ਬੰਦਾ ਇੱਥੇ ਆਉਂਦਾ, ਪਰ ਜੇ ਇੱਥੇ ਆ ਕੇ ਤਾਂ ਬੇਬਸ ਹੋ ਜਾਣਾ, ਇੱਥੇ ਆ ਕੇ ਤਾਂ ਤੰਗ ਹੋਣਾ। ਸਾਨੂੰ ਫਾਈਲ ਦੇ ਦਿਓ, ਅਸੀਂ ਆਪਣਾ ਪੇਸ਼ੈਂਟ ਲੈ ਕੇ ਚਲੇ ਜਾਂਦੇ ਹਾਂ, ਜਿੱਥੇ ਮਰਜ਼ੀ ਅਸੀਂ ਜਾਈਏ, ਉਹਨੂੰ ਜਿੱਥੇ ਮਰਜ਼ੀ ਨਾ ਲੈ ਕੇ ਜਾਈਏ। ਕਹਿੰਦੇ ਤੁਸੀਂ ਲਿਖ ਕੇ ਦੇ ਦਿਓ ਕਿ ਅਸੀਂ ਆਪਣਾ ਪੇਸ਼ੈਂਟ ਆਪਣੀ ਮਰਜ਼ੀ ਨਾਲ ਲੈ ਕੇ ਜਾ ਰਹੇ ਹਾਂ। ਜਦੋਂ ਟ੍ਰੀਟਮੈਂਟ ਹੀ ਨਹੀਂ ਮਿਲਦਾ ਫਿਰ ਅਸੀਂ ਪੇਸ਼ੈਂਟ ਲੈ ਕੇ ਜਾਵਾਂਗੇ, ਅਸੀਂ ਇਹਨਾਂ ਦੇ ਸਰਾਣੇ ਥੋੜੀ ਨਾ ਰੱਖਾਂਗੇ। ਅਸੀਂ ਆਪਣੀ ਮਾਂ ਨੂੰ ਮਾਰਨਾ ਥੋੜੀ ਨਾ ਹੈਗਾ ਇੱਥੇ ਰੱਖ ਕੇ। ਹੁਣ ਇਹਨਾਂ ਨੇ ਲਾਈ ਹੋਈ ਹੈ ਡ੍ਰਿਪ, ਹੁਣ ਦੇਖਦੇ ਹਾਂ ਜੀ ਕੀ ਕਹਿੰਦੇ ਆ। ਕਹਿੰਦੇ ਬੰਦਾ ਪੁਲਿਸ ਵਾਲਾ ਆਇਆ ਸੀ, ਕਹਿੰਦਾ ਤੁਸੀਂ ਆਪਣੇ ਮੈਰਿਜ ਨੂੰ ਲਿਜਾਣਾ ਚਾਹੁੰਦੇ ਆ। ਮੈਂ ਕਿਹਾ ਲਿਜਾਣਾ ਪਊਗਾ, ਚਾਰਜ ਕਰ ਦਿਓ, ਅਸੀਂ ਵੀ ਰੱਖਣਾ ਨਹੀਂ ਸਾਡਾ ਟ੍ਰੀਟਮੈਂਟ ਇਹਨਾਂ ਦਾ ਪੈਸੇ। ਤੁਸੀਂ ਫਿਰ ਕੀ ਕਿਹਾ, ਡਿਸਚਾਰਜ ਕਰਾ ਲੈਣੇ, ਕੀ ਲਿਖ ਕੇ ਦਿਓ? ਕਹਿੰਦੇ ਤੁਸੀਂ ਲਿਖ ਦਿਓ ਵੀ ਅਸੀਂ ਆਪਣੀ ਮਰਜ਼ੀ ਨਾਲ ਇੱਥੋਂ ਪੇਸ਼ੈਂਟ ਲੈ ਕੇ ਜਾਂਦੇ ਹਾਂ। ਅਸੀਂ ਕਿਹਾ ਅਸੀਂ ਇਦਾਂ ਨਹੀਂ ਲਿਖ ਕੇ ਦੇਣਾ, ਅਸੀਂ ਇਹ ਲਿਖ ਕੇ ਦੇਵਾਂਗੇ ਕਿ ਇੱਥੇ ਸਾਡਾ ਟ੍ਰੀਟਮੈਂਟ ਨਹੀਂ ਕੀਤਾ ਗਿਆ। ਸਟਾਫ ਹੈ ਨਹੀਂਗਾ ਸਾਡੇ ਕੋਲ, ਬੈੱਡ ਖਾਲੀ ਨਹੀਂ, ਸਾਡੇ ਕੋਲ ਸਟਾਫ ਘੱਟ ਆ ਵੀ ਸਾਨੂੰ ਅਸੀਂ ਲਿਖ ਕੇ ਦੇ ਦਿਓ ਵੀ ਅਸੀਂ ਲੈ ਜਾਂਦੇ ਆ। ਉਹ ਕਹਿੰਦੇ ਵੀ ਤੁਸੀਂ ਲਿਖ ਕੇ ਦਿਓ, ਵੀ ਅਸੀਂ ਕਿਸੇ ਗੱਲੋਂ ਲਿਖ ਕੇ ਦਈਏ। ਰੈਂਪ ਵੀ ਸਰ ਤੁਸੀਂ ਦੇਖ ਲਓ, ਇਹ ਹਨੇਰਾ ਹੋਇਆ ਪਿਆ ਉੱਪਰ, ਪੇਸ਼ੈਂਟ ਕੋਈ ਵੀ ਬੈੱਡ ਤੇ ਹੈ ਨਹੀਂ, ਖਾਲੀ ਸਾਰੇ ਬੈੱਡ ਪਏ ਆ ਉੱਪਰ ਵੀ। ਅਸੀਂ ਆਪ ਖੁਦ ਲੈਟਾਂ ਜਗਾਈਆਂ ਉੱਪਰ ਭਾਜੀ। ਕੋਈ ਗੱਲ ਨਹੀਂ, ਇਸ ਪੂਰੀ ਜਿਹੜੀ ਇਹ ਤੁਹਾਡੇ ਨਾਲ ਪ੍ਰੋਬਲਮ ਆਈ ਹੈ, ਤੁਹਾਨੂੰ ਔਂਕੜ ਆਈ, ਐਸਐਮਓ ਸਾਹਿਬ ਨਾਲ ਵੀ ਗੱਲ ਕੀਤੀ ਜਾਏਗੀ ਕਿ ਤਾਂ ਜੋ ਜਿਵੇਂ ਤੁਹਾਨੂੰ ਅੱਜ ਮੁਸੀਬਤ ਆਈ ਹੈ ਕਿਸੇ ਹੋਰ ਨੂੰ ਨਾ। ਇੱਕ ਵਾਰੀ ਆਪਾਂ ਜਿਹੜੇ ਨਰਸ ਜੀ, ਨਰਸ ਤੋਂ ਹੋ ਕੇ ਮੈਂ ਥੱਲੇ ਡਾਕਟਰ ਸਾਹਿਬ ਕੋਲ ਗਿਆ ਨੀਚੇ। ਮੈਂ ਕਿਹਾ ਸਰ ਜੀ ਵੀ ਸਾਡੇ ਡਾਕਟਰ ਹੁਣ ਥੱਲੇ ਥੱਲੇ ਬੈਠੇ ਸੀਗੇ ਪਹਿਲਾਂ ਹੀ। ਮੈਂ ਕਿਹਾ ਸਰ ਵੀ ਸਾਡੇ ਪੇਸ਼ੈਂਟ ਦੀ ਹਾਲਤ ਨਹੀਂ ਕੋਈ ਪੁੱਛ ਰਿਹਾ, ਉੱਪਰ ਵੀ ਤੜਫ ਰਿਹਾ। ਉਹਨਾਂ ਨੇ ਥੱਲੇ ਫਿਰ ਐਮਰਜੈਂਸੀ ਵਾਰਡ ਜਿਹੜੇ ਸਿਸਟਰ ਸੀ ਉਹ ਕਹਿੰਦੇ ਵੀ ਸਾਡੇ ਕੋਲ ਸਟਾਫ ਹੈ ਨਹੀਂਗਾ, ਸਟਾਫ ਘੱਟ ਹੈ, ਵੀ ਤੁਹਾਡੀ 8 ਵਜੇ ਤੋਂ ਬਾਅਦ ਬਾਰੀ 9 ਵਜੇ ਤੱਕ। ਗੱਲ ਕਰਾਈ ਕਰਮ ਸਾਹਿਬ ਦੀ ਸਰਦਾਰ ਉਹਨਾਂ ਦੀ, ਉਹਨਾਂ ਨੇ ਵੀ ਗੱਲ ਕਰਾਈ। ਮੈਂ ਡਾਕਟਰ ਸਾਹਿਬ ਗੱਲ ਕਰ ਲਓ। ਉਹ ਕਹਿੰਦੇ ਤੁਸੀਂ ਮੈਡਮ ਨਾਲ ਬੋਲਣਾ ਕੁਛ ਨਹੀਂ ਕਹਿਣਾ। ਅਸੀਂ ਕੀ ਕਹਿਣਾ ਸੀ, ਵਿੱਚ ਲੈ ਕੇ ਆ ਜੀ ਮੈਡਮ ਸਾਡੇ ਮਿਲ ਦਾ ਇਲਾਜ। ਜਿਹੜੀ ਸਿੱਧੀ ਗੱਲ ਹੈ, ਮਿਹਨਤ ਕਰ ਰਿਹਾ, ਇੱਕ ਗਰੀਬ ਬੰਦਾ ਮਿਹਨਤ ਕਰ ਰਿਹਾ, ਬੇਨਤੀ ਕਰ ਰਿਹਾ, ਹਾੜੇ ਕਰ ਰਿਹਾ। ਸਾਡੇ ਕੋਲ ਪੈਸਾ ਹੋਵੇ ਤਾਂ ਅਸੀਂ ਪ੍ਰਾਈਵੇਟ ਹਸਪੀਟਲ 'ਚ ਨਾ ਇਲਾਜ ਕਰਾਈਏ ਜਾ ਕੇ ਜੀ, ਵੀ ਸਰਕਾਰੀ ਗੱਲ ਹੀ ਆਈ ਅਸੀਂ। ਚਲੋ ਇੱਕ ਵਾਰੀ ਅਸੀਂ ਨਰਸ ਨਾਲ ਵੀ ਗੱਲ ਕਰਦੇ ਹਾਂ ਜਿਹੜੇ ਇੱਥੇ ਹੈਗੇ ਆ। ਬਿਲਡਿੰਗਾਂ ਖੜੀਆਂ ਕਰਨ ਦਾ ਸਰ ਕੋਈ ਫਾਇਦਾ ਨਹੀਂ ਜਦ ਇਲਾਜ ਹੀ ਨਹੀਂ ਦੇਣਾ। ਸਹੀ ਗੱਲ ਹੈ। ਮੈਂ ਇੱਕ ਵਾਰੀ ਡਾਕਟਰ ਸਾਹਿਬ ਨਾਲ ਥੱਲੇ ਮਿਲ ਕੇ ਆਉਣਾ। ਵਜੇ ਤੁਸੀਂ ਸੋਮਾ ਰਾਣੀ ਕੋ ਪੇਸ਼ੈਂਟ ਉੱਪਰ ਹੈ ਕਿ ਕਿੱਥੇ? 6 ਨੰਬਰ ਬੈੱਡ ਹੈ ਜੀ ਉੱਪਰ ਫੀਮੇਲ ਵਾਰਡ। ਮਤਲਬ ਉਹਨਾਂ ਦਾ ਇਹੀ ਕਹਿਣਾ ਕਿ ਡਾਕਟਰ ਸਾਹਿਬ ਜਿਹੜੇ ਤੁਹਾਡੇ ਤੋਂ ਪਹਿਲਾਂ ਡਿਊਟੀ ਤੇ ਸੀ, ਉਹਨਾਂ ਨੇ ਕਿਹਾ ਕਿ ਮੈਂ ਇੰਜੈਕਸ਼ਨ ਲਿਖ ਦਿੱਤਾ ਤਾਂ ਲਗਾਇਆ ਕਿਉਂ ਨਹੀਂ ਗਿਆ? ਅੱਛਾ, ਨਹੀਂ ਜੀ ਲਿਖਿਆ ਨਾ। ਹੁਣ ਮੈਨੂੰ ਪਤਾ ਨਹੀਂ, ਤੁਸੀਂ ਮੈਨੂੰ ਦੱਸਿਆ, ਮੈਂ ਜਾ ਕੇ ਦੇਖਾਂਗਾ ਕੌਣ ਪੇਸ਼ੈਂਟ ਤੋਂ ਉੱਪਰ ਇੰਨੇ ਆ। ਜੀ ਉੱਪਰੋਂ ਕਾਲ ਆਉਂਦੀ, ਸਾਨੂੰ ਫਿਰ ਪਤਾ ਲੱਗਦਾ ਵੀ ਕੀ ਇਸ਼ੂ ਹੋਇਆ ਉੱਪਰ। ਜੀ ਆਹੀ ਨੇ ਜੀ ਉਹਨਾਂ ਦੇ ਹਸਬੈਂਡ। ਕੌਣ ਹੈਗੇ? ਇਹ ਹਸਬੈਂਡ ਨੇ ਉਹਨਾਂ ਦੇ। ਇਹ ਵਾਲੇ? ਹਾਂਜੀ। ਅੱਛਾ, ਇਹ ਭਾਈ ਸਾਹਿਬ ਕਿੱਥੇ ਹੈਗੇ ਤੁਹਾਡੇ ਪੇਸ਼ੈਂਟ? ਇਹ ਇਹਨਾਂ ਦੀ ਬੇਟੀ ਹੈ ਜੀ। ਪੇਸ਼ੈਂਟ ਇਹਨੂੰ ਪੇਸ਼ੈਂਟ ਮਿਲਾ ਦਿਓ ਕਿੱਥੇ? ਆ ਜਾਓ ਜੀ। ਉੱਧਰ ਹੋਣੇ ਫੀਮੇਲ ਵਾਰਡ ਹੈ ਜਿਹੜਾ ਜਿਸ ਕੰਮ ਲਈ ਪੇਸ਼ੈਂਟ ਇੱਥੇ ਆਇਆ ਸਾਡੇ। ਜੀ ਬੈੱਡ ਨੰਬਰ 6 ਹੈ ਜੀ। ਹਾਂ, ਉਹੀ ਮੈਨੂੰ ਕਹਿ ਰਹੇ, ਮੇਰੇ ਕੋਲ ਆਏ ਸੀਗੇ। ਮੈਂ ਕਿਹਾ ਮੈਨੂੰ ਪਤਾ ਨਹੀਂ, ਮੈਨੂੰ ਦੇਖਣਾ ਪੈਣਾ ਕਿਉਂਕਿ ਮੇਰੀ ਡਿਊਟੀ 'ਚ ਤਾਂ ਕੋਈ ਸੀਗਾ ਨਹੀਂ ਪੇਸ਼ੈਂਟ ਇੱਦਾਂ। ਆ ਨਹੀਂ ਇੱਧਰ। ਇਹ ਨੰਬਰ ਇਹਨਾਂ ਦੀ ਫਾਈਲ ਦਿਓ ਮੈਨੂੰ ਜਰਾ ਮੈਡਮ। ਹਾਂਜੀ ਵੀ ਜੀ, ਕੀ ਗੱਲ ਹੋਈ? ਕੀ ਹੁੰਦਾ ਵੀ ਜੀ? ਬੋਲ ਕੇ ਦੱਸੋ, ਕੀ ਤਕਲੀਫ ਹੈ? ਕਿੱਥੇ ਦਰਦ ਹੁੰਦੀ ਹੈ? ਆਈ ਕਦੋਂ ਆਈ? 12 ਵਜੇ। ਫਾਈਲ ਕਦੋਂ ਬਣੀ ਸੀ ਤੁਹਾਡੀ? 12 ਵਜੇ ਬਣ ਗਈ। 12:30 ਫਾਈਲ ਬਣ ਗਈ ਤੇ 12:30 ਫਿਰ ਉੱਪਰ ਆ ਗਏ ਸੀ ਥੱਲੇ ਸੀ ਪਹਿਲਾਂ ਜੀ। ਜੀ। ਥੱਲੇ ਗਲੂਕੋਸ ਲੱਗਿਆ ਇੰਜੈਕਸ਼ਨ। ਓਕੇ ਜੀ, ਓਕੇ ਜੀ। ਤੇ ਉਹਨਾਂ ਨੇ ਸਾਨੂੰ 3:30 ਵਜੇ ਉੱਪਰ ਭੇਜ ਦਿੱਤਾ। ਅੱਛਾ, ਇੱਥੇ ਕਹਿੰਦੇ ਬੈੱਡ ਨਹੀਂ, ਬੈੱਡ ਦੇ ਉੱਪਰ ਅਸੀਂ ਭੇਜਤਾ। ਉੱਪਰ ਭੇਜ ਦਿੱਤਾ। ਉੱਪਰ ਭੇਜ ਦਿੱਤਾ। ਉੱਪਰ ਲੈ ਕੇ ਗਏ। ਠੀਕ ਹੈ। ਤੇ 4 ਵਜੇ ਦੇ ਬੈਠੇ ਆ ਸਰ, ਗਲੂਕੋਜ਼ ਦੀ ਬੋਤਲ ਟੰਗ ਕੇ ਚਲੇ ਗਏ ਆ, ਲਾਣ ਕੋਈ ਨਹੀਂ ਆਇਆ। ਸਾਡਾ ਟਾਈਮ ਮੈਂ 4 ਵਜੇ ਥੱਲੇ ਆਇਆ ਸਿਸਟਮ। ਮਤਲਬ ਕੋਈ ਇੰਜੈਕਸ਼ਨ ਨਹੀਂ ਲੱਗਿਆ ਨਾ ਤੁਹਾਨੂੰ? ਹੁਣ 8 ਵਜੇ ਲਾਇਆ ਇਹਨਾਂ ਨੇ। ਹੁਣ ਲਾਇਆ। ਮਤਲਬ ਜਿਹੜੇ ਈਵਨਿੰਗ ਡਿਊਟੀ ਵਾਲੇ ਸੀ ਉਹਨਾਂ ਨੇ ਕੁਝ ਨਹੀਂ ਕੀਤਾ, ਰਾਤ ਵਾਲੇ ਨੇ ਆ ਕੇ ਲਾਇਆ। ਤਾਂ ਉਹ ਵੀ ਟੰਗ ਦਿੱਤੀ, ਉੱਪਰ ਟੰਗ ਕੇ ਆ ਕੋਈ ਗਏ। ਨਹੀਂ, ਆਪਾਂ ਦੇਖ ਲਾਂਗੇ। ਇਵਨਿੰਗ ਡਿਊਟੀ ਵਾਲੇ ਸਰ ਉਹਨਾਂ ਨੇ ਕਿਹਾ ਵੀ ਸਾਡੀਆਂ ਵੀ ਲੱਤਾਂ ਦੁਖਣ ਲੱਗ ਪੈਂਦੀਆਂ ਨੇ, ਇਕੱਲਾ ਪੇਸ਼ੈਂਟ ਦੇਖਣਾ ਸਾਨੂੰ ਮੁਸ਼ਕਲ ਹੁੰਦੀ ਹੈ। ਤੀਸਰੀ ਮੰਜ਼ਿਲ ਤੇ ਕਹਿੰਦੇ ਵੀ ਸਾਨੂੰ ਔਖੀ ਹੁੰਦੀ ਆ। ਅੱਛਾ ਜੀ ਵੀ ਜੀ। ਮਰੀਜ਼ ਕਾਹਦੇ ਭੇਜਦੇ ਜੇ ਤੀਸਰੀ ਮੰਜ਼ਿਲ ਤੇ ਜਾਣਾ ਨਹੀਂ? ਮਰੀਜ਼ ਦੁਖੀ ਹੋ ਕੇ ਆਉਂਦਾ ਇੱਥੇ, ਜਿਹੜਾ ਖੁਸ਼ ਹੋ ਕੇ ਆਉਂਦੇ ਆ। ਹੁਣ ਅਸੀਂ ਇੱਥੇ ਆ ਕੇ ਮੈਡੀਕਲ ਸਾਹਿਬ ਨੂੰ ਕਿਹਾ ਜੀ ਮੇਰ ਦਾ ਕਰਕੇ ਕਿ ਆਪ ਕਹਿੰਦੇ ਇਹ ਕਹਿੰਦੇ ਜੀ ਪੁਲਿਸ ਵਾਲੇ ਬੋਲਦੇ ਆ। ਕਹਿੰਦੇ ਅਸੀਂ ਪੁਲਿਸ ਨੂੰ ਬੁਲਾ ਲੈਂਦੇ ਕੌਣ ਕਹਿੰਦਾ? ਅਸੀਂ ਇੱਕ ਦੱਸ ਰਹੇ, ਕਹਿੰਦੇ ਵੀ ਨਰਸ। ਤੁਹਾਨੂੰ ਕੀ ਉਹ ਕਹਿੰਦੇ ਅਸੀਂ ਕਿਹਾ ਤੁਸੀਂ ਪੁਲਿਸ ਨੇ ਕੀ ਇਲਾਜ ਕਰ ਦੇਣਾ ਕਿ ਮਾਤਾ ਦਾ ਹੈ? ਉਹੀ ਸਰ, ਇੱਥੇ ਬੰਦਾ ਦੁਖੀ ਆਉਂਦਾ ਜੀ। ਹੁਣ ਮੈਡਮ ਨੇ ਕਿਹਾ ਕਿ ਮੈਂ ਕਹਿੰਦੀ ਪੁਲਿਸ ਵਾਲੇ ਨਾਲ ਮੈਂ ਆਉਂਦਾ। ਸਾਰੇ ਮੈਡਮ ਸਾਰੇ ਬੰਦੇ ਸਾਰੇ ਆਪਣੇ ਹਾਲ ਡਾਕਟਰ ਮੇਰਾ ਸਾਰੇ ਬੰਦੇ ਆਪਣੇ ਮੈਡਮ ਕਿੱਥੇ ਹੈਗੇ ਉਹਨਾਂ ਨੂੰ ਦੱਸਿਓ ਵੀ ਕਿਹੜੇ ਕਿਹੜੇ ਇੰਜੈਕਸ਼ਨ ਲੱਗ ਗਏ ਇਹਨਾਂ ਦੇ। ਟ੍ਰੀਟਮੈਂਟ ਤਾਂ ਪਾਇਆ ਹੋਇਆ ਸਾਰਾ। ਡਾਇਗਨੋਸ ਹੋ ਆਇਆ ਕਰਦਾ ਅੱਧਾ ਟ੍ਰੀਟਮੈਂਟ ਦਿੱਤਾ ਨਹੀਂਗਾ। ਦੇਖੋ ਤੁਸੀਂ ਸਿਰ ਥੋੜਾ ਥੱਲੇ ਕਰ ਲਿਓ, ਸਿਰ ਨਾਲ ਤੁਹਾਡਾ ਉੱਤੇ ਲੱਗ ਜਾਏ। ਥੋੜਾ ਜਿਹਾ ਨੀਚੇ ਹੋ ਕੇ ਲਿਟਾਓ ਇਹਨਾਂ ਨੂੰ, ਨੀਚੇ ਕਿ ਸਕਾਓ। ਡਾਕਟਰ ਸਾਹਿਬ ਕੋਆਪਰੇਟ ਕਰ ਰਹੇ ਨੇ।
ਡਾਕਟਰ ਸਾਹਿਬ ਉੱਪਰ ਆਏ ਨੇ, ਕੋਆਪਰੇਟ ਕਰ ਰਹੇ ਨੇ, ਇਹਨਾਂ ਨੇ ਸਾਰੀ ਆਪਣੀ ਤਕਲੀਫ ਦੱਸੀ ਹੈ ਔਰ ਮੇਨ ਗੱਲ ਹੈ ਕਿ ਡਾਇਗਨੋਜ਼ ਹੋਵੇ ਔਰ ਇਹਨਾਂ ਦੀ ਰਿਕਵਰੀ ਬਹੁਤ ਜ਼ਰੂਰੀ ਹੈ। ਪੇਸ਼ੈਂਟ ਜਿੰਨੇ ਵਜੇ ਵੀ ਆਇਆ ਉਹਦਾ ਟ੍ਰੀਟਮੈਂਟ ਹੋ ਗਿਆ, 1 ਵਜੇ ਆਇਆ ਪੇਸ਼ੈਂਟ ਦਾ ਪਿੱਛੇ ਦੇਖੋ 1:30 ਵਜੇ ਟ੍ਰੀਟਮੈਂਟ ਹੋ ਗਿਆ ਉਹਦਾ ਸਾਰਾ। ਨਹੀਂ ਇਹ ਕਹਿੰਦੇ ਹੋਇਆ ਹੀ ਨਹੀਂ। ਨਹੀਂ ਇਹ 1:30 ਵਜੇ ਹੋਇਆ ਐਮਰਜੈਂਸੀ ਚ ਥੱਲੇ ਹੋਇਆ, ਥੱਲੇ ਹੋਇਆ ਨਾ ਐਮਰਜੈਂਸੀ ਚ ਹੋ ਗਿਆ, ਸਫਰੇਕਜ਼ੋਨ ਲੱਗਿਆ, ਪੀਐਸਐਮ ਹੋ ਗਿਆ, ਇਨਫਿਊਜ਼ਨ ਚੱਲਦਾ ਪਿਆ ਸਾਰਾ ਕੁਝ। ਠੀਕ ਹੈ ਜੀ 4 ਬਿਲਕੁਲ ਵਜੇ ਸਿਸਟਰ ਨੇ ਉੱਤੇ ਰਿਸੀਵ ਕੀਤਾ। ਠੀਕ ਹੈ ਜੀ ਈਵਨਿੰਗ ਵਾਲਿਆਂ ਤੋਂ ਅਸੀਂ ਪੁੱਛ ਲਿਆ ਕਿਉਂਕਿ ਸਾਡੀ ਡਿਊਟੀ ਦਾ ਨਾ ਇਹ ਪੇਸ਼ੈਂਟ ਆਇਆ ਨਾ ਅਸੀਂ ਰਿਸੀਵ। ਓਕੇ ਓਕੇ ਠੀਕ ਹੈ ਮੈਡਮ। ਉਹ ਕਹਿੰਦੇ ਜੋ ਇਹਨਾਂ ਦੇ ਆਰਐਲ ਚੱਲਦੀ ਸੀ ਆਰਐਲ ਲਾ ਕੇ ਆਏ ਆ। ਸ਼ਾਮੀ ਉਹ ਸਾਨੂੰ ਦੱਸ ਕੇ ਗਏ ਕਿ ਇੱਕ ਪੇਸ਼ੈਂਟ ਉੱਪਰ ਹੈ, ਉੱਪਰ ਇਹ 3rd ਫਲੋਰ ਤੇ ਭੇਜਿਆ ਸੀ ਨਾ ਸੈਕੰਡ। ਉੱਪਰ ਹਾਂ ਠੀਕ ਹੈ ਹਾਂਜੀ ਠੀਕ ਹੈ ਜੀ ਠੀਕ ਹੈ। ਉਸ ਤੋਂ ਬਾਅਦ ਜਦੋਂ ਇਹ ਆਏ ਆ ਇਹ ਕਹਿੰਦਾ ਕਿ ਸਾਡੇ ਪੇਸ਼ੈਂਟ ਉੱਤੇ ਕੋਈ ਦੇਖਣ ਨਹੀਂ ਗਿਆ। ਜੀ ਅਸੀਂ ਕਿਹਾ ਕਿ ਅਸੀਂ ਪੇਸ਼ੈਂਟ ਨੀਚੇ ਬੁਲਾ ਲੈਣਾ, ਤੁਸੀਂ ਪੇਸ਼ੈਂਟ ਨੀਚੇ ਜਾਓ। ਇਹ ਪੇਸ਼ੈਂਟ ਨੀਚੇ ਲੈ ਆਏ ਆ। ਇੱਥੇ ਪੇਸ਼ੈਂਟ ਹੋਰ ਸੀ, ਉਸ ਪੇਸ਼ੈਂਟ ਨੂੰ ਅਸੀਂ ਉਠਾ ਕੇ ਮਤਲਬ ਇਹਨਾਂ ਜਗ੍ਹਾ ਨੂੰ ਖਾਲੀ ਕਰਾਈ ਇਹਨਾਂ ਨੇ। ਜਗ੍ਹਾ ਖਾਲੀ ਕਰਾਈ ਠੀਕ ਹੈ ਹੈ ਓਕੇ ਤੇ ਫਿਰ ਇਹ ਨੀਚੇ ਆ ਗਿਆ। ਫਿਰ ਇਹਨਾਂ ਦਾ ਜੋ ਵੀ ਫਿਰ ਇਹ ਰੌਲਾ ਲੱਗੇ ਰਹੇ ਪਾਣ ਟ੍ਰੀਟਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਵਾਰਡ ਵਿੱਚੋਂ ਜਿੰਨੇ ਵੀ ਆ ਮੇਲ ਫੀਮੇਲ ਸਾਰੇ ਬਾਹਰ ਸਿਕਿਉਰਿਟੀ ਵਾਲਾ ਭੇਜਦਾ ਹੀ ਆ। ਜੀ 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 ਬਸ ਬਿਲਕੁਲ ਉਹਨੇ ਭੇਜਿਆ। ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਅਸੀਂ ਕਿਹਾ ਤੁਸੀਂ ਸਾਰੇ ਬਾਹਰ ਚੱਲ ਜਾਓ, ਜੇ ਸਾਨੂੰ ਸ਼ਾਂਤੀ ਮਿਲੇਗੀ ਅਸੀਂ ਪੇਸ਼ੈਂਟ ਦਾ ਟ੍ਰੀਟਮੈਂਟ ਤਾਂ ਹੀ ਕਰਾਂਗੇ। ਬਿਲਕੁਲ। ਉਸ ਤੋਂ ਬਾਅਦ ਕੁਝ ਨਹੀਂ, ਇਹ ਆਰਾਮ ਨਾਲ ਪਤਾ ਨਹੀਂ ਇਹ ਹੁਣ ਨਹੀਂ ਕਹਿ ਨਹੀਂ ਰਹੇ ਮੈਨੂੰ ਸੀ ਕਿ ਮੈਨੂੰ ਨਾ ਅਸੀਂ ਨਹੀਂ ਨਹੀਂ otherwise- ਮੈਡਮ ਮੇਰੇ ਨੋਟਿਸ 'ਚ ਨਾ ਪੁਲਿਸ ਵਾਲੇ ਉਹਨਾਂ ਨੇ ਕੱਪੜੇ ਪੁਲਿਸ ਦੇ ਪਾਏ, ਉਹ ਸਾਡੇ ਸਿਕਿਉਰਿਟੀ ਗਾਰਡ ਆ, ਉਹਨਾਂ ਨੇ ਤੇ ਆਣਾ ਹੀ ਤੁਸੀਂ ਆ। ਮੈਨੂੰ ਫੋਨ ਤੇ ਕਿਹਾ, ਤੁਸੀਂ ਆਪ ਕਿਹਾ ਮੈਂ ਮੈਂ ਤਾਂ ਫੋਨ ਫੋਨ ਹੀ ਫੋਨ ਤੇ ਨਹੀਂ, ਤੁਸੀਂ ਵੈਸੇ ਮੈਡਮ ਜਦੋਂ ਅਸੀਂ ਬੋਲ ਰਹੇ ਸੀ ਕਿ ਮੈਡਮ ਤੁਸੀਂ ਟ੍ਰੀਟਮੈਂਟ ਨਹੀਂ ਕਰ ਰਹੇ, 20 ਮਿੰਟਸ ਹੋ ਗਏ ਪੇਸ਼ੈਂਟ ਨੂੰ ਥੱਲੇ ਲਟਾਏ ਨੂੰ, ਠੀਕ ਹੈ, ਤੁਸੀਂ ਨਹੀਂ ਕਿਹਾ, ਤੁਹਾਡੇ ਨਾਲ ਦੇ ਜਿਹੜੇ ਦੂਸਰੇ ਸਿਸਟਰ ਸੀ ਹਾਂਜੀ ਉਹਨਾਂ ਨੇ ਕਿਹਾ, ਹਾਂ ਉਹਨਾਂ ਨੇ ਕਿਹਾ, ਤੁਸੀਂ ਨਹੀਂ ਕਿਹਾ, ਤੁਹਾਡੇ ਨਾਲ ਦੇ ਜਿਹੜੇ ਦੂਸਰੇ ਸਿਸਟਰ ਤੁਸੀਂ ਇਹ ਗੱਲ ਕਹੀ, ਜਿਹੜੀ ਗੱਲ ਤੁਸੀਂ ਕਹੀ ਆਪਾਂ ਸਹਿਮਤ। ਮੈਡਮ ਇੱਕ ਬੇਨਤੀ ਹੈ, ਦੇਖੋ ਤੁਸੀਂ ਵੱਧ ਸਿਆਣੇ ਆ, ਤੁਸੀਂ ਪੇਸ਼ੈਂਟ ਨਾਲ ਡੀਲ ਕਰਦੇ, ਦੇਖੋ ਜਿਹਦੀ ਮਾਂ ਇਦਾਂ ਔਖੀ ਹੋਵੇ ਨਾ, ਤਕਲੀਫ ਹੋਵੇ, ਉਹਨਾਂ ਤੋਂ ਬੇਚੈਨੀ ਬਹੁਤ ਹੁੰਦੀ ਹੈ ਮੈਮ। ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਤੁਸੀਂ ਸ਼ਾਂਤ ਹੋ ਜਾਓ, ਅਸੀਂ ਇਹਨਾਂ ਨੂੰ ਦੇਖਾਂਗੇ ਤਾਂ ਹੀ ਕੁਝ ਕਰਾਂਗੇ। ਨਹੀਂ ਉਹ ਤਾਂ ਦੇਖੋ ਡਿਊਟੀ ਬੰਦੀ ਹੈਗੀ ਹੈ। ਬਾਕੀ ਇਦਾਂ ਆ ਬ੍ਰਦਰ, ਆ ਦੇਖੋ ਮੈਂ ਦੇਖ ਰਿਹਾ ਇਹਨਾਂ ਦੇ ਇੰਜੈਕਸ਼ਨ ਨਾ ਥੱਲੇੋਂ ਲੱਗ ਕੇ ਆਏ ਹੈਗੇ ਆ ਜੀ 1 2 3 ਈਵਨ ਸੈਂਪਲ ਵੀ ਲੈ ਲਿੱਤੇ ਗਏ ਆ ਤਾਂ ਆ ਦਵਾਈਆਂ ਵੀ ਲਿਖ ਦਿੱਤੀਆਂ ਗਈਆਂ। ਹੁਣ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਹੋਇਆ ਸੀ ਨਾ ਰਾਤ ਦਾ ਪੈਂਡਿੰਗ ਹੈ, ਉਹ ਮੈਡਮ ਨੇ ਹੁਣ ਕਰ ਦਿੱਤਾ। ਚਲੋ ਸਰ ਜੀ ਤੁਸੀਂ ਇੰਨੇ ਪਿਆਰ ਨਾਲ ਦੱਸ ਰਹੇ ਜੇ ਇਹ ਵੀ ਦੱਸ ਦੇਣ ਕਿ ਟ੍ਰੀਟਮੈਂਟ ਹੋ ਰਿਹਾ ਆ, ਪੇਸ਼ੈਂਟ ਦੀ ਰਿਕਵਰੀ ਹੋ ਰਹੀ ਆ, ਉਹਨੇ 'ਚ ਬੰਦਾ ਸ਼ਾਂਤ ਹੋ ਜਾਂਦਾ। ਮਰੀਜ਼ ਇੱਥੇ ਆਏਗਾ ਨਾ, ਇਨ ਕੇਸ ਆਪਾਂ ਨੂੰ ਐਮਰਜੈਂਸੀ ਕੋਈ ਪੇਨ ਸਟਾਰਟ ਹੋ ਰਹੀ ਆ, ਕੋਈ ਪ੍ਰੋਬਲਮ ਆ ਰਹੀ ਆ, ਜੇ ਕੋਈ ਕਨਫਿਊਜ਼ਨ ਹੁੰਦੀ ਹੈ ਨਾ, ਤੁਸੀਂ ਥੱਲੇ ਡਾਕਟਰ ਬੈਠੇ ਹੁੰਦੇ ਆ, ਉਹਨਾਂ ਨੂੰ ਵੀ ਆ ਕੇ ਮਿਲ ਸਕਦੇ ਹੋ। ਕੋਈ ਪ੍ਰੋਬਲਮ ਹੈ ਕਿਉਂਕਿ ਸਿਸਟਰ ਕੋਲ ਮਰੀਜ਼ ਕਈ ਵਾਰੀ ਜ਼ਿਆਦਾ ਹੁੰਦੇ ਆ, ਠੀਕ ਹੈ ਨਾ, ਨੈਗਲੈਕਟ ਨਹੀਂ ਅਸੀਂ ਥੱਲੇ ਜਾ ਕੇ ਆਇਆ ਨਾ ਆਪਣੇ ਇੱਕ ਫਾਰਮ ਖਾਲਸਾ ਦਾ ਫੋਨ ਤੇ ਗੱਲ ਵੀ ਕਰਾਈ, ਡਾਕਟਰ ਸਾਹਿਬ ਨੂੰ ਸਾਹਮਣੇ ਆ ਗਏ, ਉਹ ਕਹਿੰਦੇ ਥੱਲੇ ਲਿਆਣੇ ਆ, ਕੋਈ ਗੱਲ ਨਹੀਂ, ਮੈਂ ਠੀਕ ਹੈ ਜੀ ਇੱਥੇ ਕਰ ਰਹੇ ਆ ਤੁਹਾਡਾ ਟ੍ਰੀਟਮੈਂਟ ਹੋ ਰਿਹਾ। ਜੇ ਕੋਈ ਫਿਰ ਵੀ ਦਿੱਕਤ ਆਉਂਦੀ ਹੈ, ਥੱਲੇ ਮੈਂ ਬੈਠਾ ਹਾਂ, ਮੈਨੂੰ ਆ ਕੇ ਦੱਸੋ ਵੀ ਤੁਹਾਡਾ ਟ੍ਰੀਟਮੈਂਟ ਕਿਸੇ ਚੀਜ਼ ਤੋਂ ਰਹਿ ਗਿਆ। ਚਲੋ ਠੀਕ ਹੈ ਨਾ, ਸਾਰੇ ਸਾਡੇ ਲਈ ਸਾਰੇ ਮਰੀਜ਼ ਇੱਕੋ ਸਾਨੂੰ ਹੋਰ ਪੁੱਛਾ ਕੋਈ ਨਹੀਂ, ਕੋਈ ਨਹੀਂ, ਇਹਨਾਂ ਨੇ ਸਾਨੂੰ ਪੁੱਛਾ ਇਸ ਕਰਕੇ ਆਇਆ ਜੀ, ਕਹਿੰਦੇ ਅਸੀਂ ਪੁਲਿਸ ਵਾਲੇ ਸਾਦੇ ਆ, ਇਸ ਕਰਕੇ ਦੁੱਖ ਲੱਗਿਆ ਜੀ। ਚਲੋ ਹੁਣ ਸਾਰਾ ਸੌਟ ਆਊਟ ਹੋ ਗਿਆ, ਡਾਕਟਰ ਸਾਹਿਬ ਦੇਖ ਰਹੇ ਆ। ਦੇਖੋ ਮੇਰੇ ਕੋਲ ਆਏ, ਮੈਂ ਬੜੇ ਤਰੀਕੇ, ਮੈਨੂੰ ਨਹੀਂ ਪਤਾ ਸੀ ਕਿਹੜੇ ਮਰੀਜ਼ ਦੀ, ਮੈਂ ਕਿ ਮੈਂ ਜਾ ਕੇ ਜਿੰਦਰ ਦੇਖ ਨਹੀਂ ਲੈਣਾ ਨਾ, ਮੈਂ ਕਹਿ ਨਹੀਂ ਸਕਦਾ, ਕੁਝ ਨਹੀਂ ਕਹਿ ਸਕਦਾ। ਇਹਨਾਂ ਨੂੰ ਸ਼ਾਮ ਦਾ ਹੀ ਪ੍ਰੋਬਲਮ ਹੈ ਕਿ ਸ਼ਾਮ ਦਾ ਨਹੀਂ, ਉਹ ਮੈਡਮ, ਸਿਸਟਮ ਨੂੰ ਅਸੀਂ ਕਨਫਰਮ ਕਰ ਲਿਆ। ਬਿਲਕੁਲ ਬਿਲਕੁਲ, ਮੈਨੂੰ ਵੀ ਇਹਨਾਂ ਨੇ ਇਹੀ ਕਿਹਾ ਵੀ ਮਰੀਜ਼ ਸ਼ਾਮ ਦਾ ਆ। ਨਹੀਂ ਅਸੀਂ ਕਿਹਾ ਹੋ ਸਕਦਾ ਦੇਖੋ ਮੈਡਮ ਪਤਾ ਕੀ ਗੱਲ ਹੈ, ਹੁਣ ਜਿਹਦੀ ਮਦਰ ਹੈ ਨਾ, ਦੇਖੋ ਇੱਕ ਮਿੰਟ ਅੰਕਲ ਜੀ, ਅੱਗੇ ਬੰਦੇ ਗਏ ਮੈਮ ਜਿਹਦੀ ਮਦਰ ਹੈ ਨਾ, ਉਹਦੇ ਲਈ ਇੱਕ ਸੈਕਿੰਡ ਕੱਢਣਾ ਬਹੁਤ ਔਖਾ। ਤੁਹਾਡਾ ਤਾਂ ਚਲੋ ਹੁਣ ਰੋਜ਼ ਦਾ ਕੰਮ ਹੈ, ਤੁਸੀਂ ਦੇਖਦੇ ਆ। ਇਹਨਾਂ ਦੇ ਤੇ ਇੱਕ ਮਦਰ ਹੈ, ਸਾਡੇ ਵਾਸਤੇ ਹੋਲ ਪੇਸ਼ੈਂਟ ਮਦਰ ਤੇ ਸਾਡੇ ਸਾਰੀਆਂ ਮਦਰ ਸਾਰੇ ਇਹਨਾਂ ਦੀਆਂ ਸਾਰੀਆਂ ਮਦਰ ਸਾਡੇ ਵਾਸਤੇ ਸਾਰੇ ਮਦਰ ਹੈ, ਸਾਰੇ ਬ੍ਰਦਰ ਹੈ। ਚਲੋ ਕੋਈ ਨਹੀਂ, ਇਹਨਾਂ ਦਾ ਚਲੋ ਹੁਣ ਤੁਸੀਂ ਪਤਾ ਕੀ ਹੈ, ਜਦੋਂ ਗਲੂਕੋਸ ਕਹਿੰਦੇ ਲਟਕਿਆ ਲੇਕਿਨ ਲਾਇਆ ਨਹੀਂ, ਜੇ ਮਦਰ ਹੁੰਦੀ ਤਾਂ ਸ਼ਾਇਦ ਲੱਗ ਜਾਂਦਾ। ਲਟਕਿਆ ਨਹੀਂ, ਦੇਖੋ ਅਸੀਂ ਤੇ ਲਗਾਇਆ ਉੱਪਰ ਦੀ ਗੱਲ ਕਰ। ਚਲੋ ਹੁਣ ਤੁਸੀਂ ਸ਼ੁਰੂ ਕਰ ਦਿੱਤਾ, ਠੀਕ ਹੈ। ਸਾਡਾ ਤੇ ਉਹ ਕਹਿੰਦੇ ਕਿ ਈਵਨਿੰਗ ਵਾਲਿਆਂ ਦਾ ਇਹ ਹੁਣ ਆਏ ਆ। ਅਸੀਂ ਤਾਂ ਨਾਈਟ ਚਲੋ ਮੈਡਮ ਹੁਣ ਪਲੀਜ਼ ਤੁਸੀਂ ਇਹਨੂੰ ਪਲੀਜ਼ ਕਰੋ। ਦੇਖੋ ਉਹ ਗੱਲ ਕਹਿਣ ਦੀ ਕੋਈ ਜ਼ਰੂਰਤ ਹੀ ਨਹੀਂ ਤੁਹਾਨੂੰ। ਠੀਕ ਹੈ ਜੀ, ਅਸੀਂ ਤਾਂ ਇਹ ਗੱਲ ਕਹਿੰਦੇ ਸਾਡੇ 15 ਬੱਚੇ 40 ਮਾਵਾਂ। ਚਲੋ ਪਲੀਜ਼ ਤੁਸੀਂ ਆਪਣੀ ਡਿਊਟੀ। ਇੱਥੇ ਕੋਈ ਵੀਆਈਪੀ ਨਹੀਂ ਹੈ, ਸਾਡੇ ਲਈ ਸਾਰੇ ਵੀਆਈਪੀ ਬੰਦੇ ਆ, ਠੀਕ ਹੈ ਨਾ, ਸਭ ਦਾ ਟ੍ਰੀਟਮੈਂਟ। ਚਲੋ ਥੈਂਕ ਯੂ ਮੈਮ। ਬਾਪੂ ਜੀ ਡਾਕਟਰ ਸਾਹਿਬ ਆ ਗਏ, ਕਹਿੰਦੇ ਮੈਂ ਚੈੱਕ ਕਰਦਾ ਹਾਂ ਸਪੈਸ਼ਲ, ਠੀਕ ਹੈ ਜੀ। ਠੀਕ ਹੈ ਹੁਣ ਤਾਂ ਨਹੀਂ ਡਰ ਕੇ ਪਰਚਾ ਹੋ ਜੂ? ਨਾ ਨਹੀਂ ਕੋਈ ਚਲੋ ਕੋਈ ਗੱਲ ਨਹੀਂ, ਨਹੀਂ ਭਾਜੀ ਇਹ ਇਦਾਂ ਦੀ ਕੋਈ ਗੱਲ ਨਹੀਂ, ਮਦਰ ਠੀਕ ਹੋ ਜਾਣ ਤੁਹਾਡੇ, ਸਾਡੇ ਲਈ ਖੁਸ਼ੀ ਵਾਲੀ ਗੱਲ। ਸਾਰੇ ਬੈਠੇ ਨੇ ਪੁਲਿਸ ਨੇ ਧਮਕੀ ਮਾਰੀ, ਕਹਿੰਦੇ ਪੁਲਿਸ ਵਾਲੇ ਸੱਦੇ ਸੀ, ਆ ਬੈਠ ਕੇ ਇਹਦੇ ਸਾਰੇ ਪੁਲਿਸ ਨਹੀਂ ਬੋਲਣਾ, ਜੇ ਤੁਹਾਨੂੰ ਪਰਚੇ ਤੋਂ ਡਰ ਲੱਗਦਾ, ਇਹਨਾਂ ਨੂੰ ਵੀ ਤਾਂ ਲੱਗਦਾ ਹੀ ਆ, ਇਹ ਵੀ ਤੁਹਾਡੇ ਵਰਗੇ ਆ। ਅੱਛਾ ਤੁਹਾਡੇ ਰਿਸ਼ਤੇਦਾਰ ਨੇ, ਚਲੋ ਕੋਈ ਗੱਲ। ਦੋਸਤੋ ਵੀਡੀਓ ਦੀ ਸਟਾਰਟਿੰਗ ਤੋਂ ਲੈ ਕੇ ਹਾਲੇ ਤੱਕ ਜਿਹੜਾ ਤੁਸੀਂ ਮਸਲਾ ਦੇਖ ਰਹੇ ਸੀ, ਇਹ ਸ਼ਨੀਵਾਰ ਰਾਤ ਦਾ ਸੀ, ਔਰ ਅਸੀਂ ਇਸ ਮਸਲੇ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ, ਪੂਰੀ ਗੱਲ ਜਿਹੜੀ ਆ ਐਸਐਮਓ ਸਾਹਿਬ ਤੱਕ ਪਹੁੰਚਾਉਣ ਲਈ ਅੱਜ ਸੋਮਵਾਰ ਵਾਲੇ ਦਿਨ ਇੱਥੇ ਪਹੁੰਚੇ ਆ। ਡਾਕਟਰ ਸਤਵਿੰਦਰਪਾਲ ਸਿੰਘ ਐਸਐਮਓ ਸਾਹਿਬ ਨਾਲ ਮੇਰੀ ਪੂਰੀ ਡਿਟੇਲ 'ਚ ਗੱਲਬਾਤ ਹੋਈ। ਉਹਨਾਂ ਨੂੰ ਮੈਂ ਦੱਸਿਆ ਕਿ ਜਿਹੜਾ ਪੇਸ਼ੈਂਟ ਹੈ ਉਹਦੇ ਪਰਿਵਾਰ ਨੂੰ ਕੀ ਪ੍ਰੋਬਲਮ ਆ ਰਹੀ ਸੀ। ਪੇਸ਼ੈਂਟ ਦਾ ਨਾਮ ਸੋਮਾ ਰਾਣੀ ਹੈ। ਦੱਸਿਆ ਕਿ ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਹੈ ਕਿ ਜਿਹੜੇ ਨਰਸਿਸ ਨੇ ਉਹਨਾਂ ਨੇ ਇਹ ਆਖਿਆ ਕਿ ਸਾਡੇ ਕੋਲ ਸੈਕੰਡ ਫਲੋਰ ਤੇ ਨਹੀਂ ਆਇਆ ਜਾਂਦਾ, ਲੱਤਾਂ ਦੁਖਦੀਆਂ, ਅਸੀਂ ਨਹੀਂ ਆ ਸਕਦੇ, ਔਰ ਜਿਹੜਾ ਗਲੂਕੋਸ ਹੈ ਉਹ ਲਟਕਾ ਦਿੱਤਾ, ਲੇਕਿਨ
ਲਗਾਇਆ ਨਹੀਂ ਗਿਆ, ਡ੍ਰਿਪ ਲਗਾਈ ਨਹੀਂ ਗਈ, ਜਿਸ ਕਰਕੇ ਜਿਹੜਾ ਪਰਿਵਾਰ ਹੈ ਉਹ ਪਰੇਸ਼ਾਨ ਸੀ। ਤਾਂ ਐਸਐਮਓ ਸਾਹਿਬ ਨੇ ਬਕਾਇਦਾ ਜਿਹੜੀ ਫਾਈਲ ਹੈ ਉਹ ਮੰਗਵਾਈ, ਔਰ ਫਾਈਲ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਟ੍ਰੀਟਮੈਂਟ ਪੂਰਾ ਹੋ ਰਿਹਾ। ਹਾਲਾਂਕਿ ਮੈਂ ਐਸਐਮਓ ਸਾਹਿਬ ਨੂੰ ਕਿਹਾ ਆਪਣਾ ਪੱਖ ਤੁਸੀਂ ਕੈਮਰੇ ਦੇ ਅੱਗੇ ਰੱਖੋ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਸਟ੍ਰਿਕਟਲੀ ਮਨਾ ਕੀਤਾ ਗਿਆ, ਅਸੀਂ ਆਪਣਾ ਪੱਖ ਕੈਮਰੇ ਅੱਗੇ ਨਹੀਂ ਰੱਖ ਸਕਦੇ। ਲੇਕਿਨ ਉਹਨਾਂ ਨੇ ਫਾਈਲ ਮੰਗਵਾ ਲਈ, ਫਾਈਲ ਪੂਰੀ ਚੈੱਕ ਕੀਤੀ, ਉਹਨਾਂ ਨੇ ਕਿਹਾ ਕਿ ਟ੍ਰੀਟਮੈਂਟ ਹੋ ਰਿਹਾ, ਕਿਤੇ ਮਾੜਾ ਮੋਟਾ ਡਿਲੇ ਹੋਏਗਾ ਲੇਕਿਨ ਅਣਗਹਿਲੀ ਨਹੀਂ ਕੀਤੀ ਜਾਂਦੀ। ਸਾਡੇ ਹਰ ਇੱਕ ਪੇਸ਼ੈਂਟ ਸਾਡੇ ਲਈ ਇੰਪੋਰਟੈਂਟ ਹੈ, ਸਾਡੀ ਹਮੇਸ਼ਾ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪੇਸ਼ੈਂਟ ਨੂੰ ਤੰਦਰੁਸਤ ਕਰਕੇ ਘਰ ਭੇਜਿਆ ਜਾਵੇ। ਲੇਕਿਨ ਪਰਿਵਾਰ ਨੇ ਜੋ ਕਿਹਾ ਸੀ ਅਸੀਂ ਤੁਹਾਨੂੰ ਸੁਣਾ ਦਿੱਤਾ, ਪਰ ਇਹ ਵੱਡੀ ਗੱਲ ਹੈ ਜਿਹੜੀ ਅਸੀਂ 2-3 ਦਿਨਾਂ 'ਚ ਪੂਰੀ ਘੋਖ ਕੀਤੀ ਹੈ, ਰਿਸਰਚ ਕੀਤੀ ਹੈ। ਸਾਡੇ ਧਿਆਨ ਵਿੱਚ ਇਹੀ ਗੱਲ ਆਈ ਹੈ ਕਿ ਪੇਸ਼ੈਂਟ, ਕਿਉਂਕਿ 100 ਤੋਂ ਵੱਧ ਬੈੱਡ ਹੈ ਇੱਥੇ, ਔਰ ਪੇਸ਼ੈਂਟ ਉਹਨਾਂ ਦੀ ਆਮਦ ਬਹੁਤ ਹੋ ਜਾਂਦੀ ਹੈ, ਔਰ ਹੁਣ ਵੀ ਇੱਕ ਤਰ੍ਹਾਂ ਦਾ ਜਿਵੇਂ ਫੁਹਾਰਾ ਚੱਲ ਰਿਹਾ, ਬੁਖਾਰ ਬਹੁਤ ਲੋਕਾਂ ਨੂੰ ਹੋ ਰਹੇ ਆ, ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਔਂਕੜਾਂ ਲੋਕਾਂ ਨੂੰ ਆ ਰਹੀਆਂ, ਲੇਕਿਨ ਨਰਸਿਸ ਡੀਲ ਕਰਨ ਲਈ ਬਹੁਤ ਘੱਟ ਹੈ। ਹੁਣ ਉੱਪਰ ਜਿੱਦਣ ਸ਼ਨੀਵਾਰ ਦੀ ਰਾਤ ਪ੍ਰੋਬਲਮ ਆ ਰਹੀ ਸੀਗੀ, 40 ਦੇ ਆਸ-ਪਾਸ ਪੇਸ਼ੈਂਟ ਸੀਗੇ ਔਰ ਉਹਨਾਂ ਨੂੰ ਡੀਲ ਕਰਨ ਲਈ ਸਿਰਫ 2 ਨਰਸਿਸ ਸੀਗੇ। ਤਾਂ ਸਰਕਾਰ ਜੀ ਅੱਗੇ ਬੇਨਤੀ ਹੈ, ਸਾਡੇ ਮਾਣਯੋਗ ਸਰਕਾਰ ਅੱਗੇ ਬੇਨਤੀ ਹੈ ਕਿ ਅਸਾਮੀਆਂ ਨੂੰ ਵਧਾਇਆ ਜਾਵੇ। ਬਿਲਡਿੰਗ ਬਹੁਤ ਵੱਡੀ ਹੈ, ਅਸੀਂ ਬਿਲਡਿੰਗ ਨੂੰ ਦੇਖ ਕੇ ਕਈ ਵੇਲੇ ਕਹਿ ਦਿੰਦੇ ਹਾਂ ਕਿ ਅਮਰੀਕਾ ਦਾ ਮੁਕਾਬਲਾ ਕਰਦੀ ਹੈ ਬਿਲਡਿੰਗ, ਲੇਕਿਨ ਜੇ ਡਾਕਟਰ ਨਰਸਿਸ ਅਵੇਲੇਬਲ ਹੋਣਗੇ ਰਾਊਂਡ ਆਫ ਦਾ ਕਲੌਕ, ਇੱਥੇ 24/7 ਅਵੇਲੇਬਲ ਹੋਣਗੇ, ਉਹਨਾਂ ਦੇ ਉੱਤੇ ਬਰਡਨ ਘੱਟ ਹੋਏਗਾ, ਤਾਂ ਹੀ ਜਿੰਨੇ ਲੋਕ ਆ ਰਹੇ ਆ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਮਿਲੇਗਾ। ਮੈਂ ਤਾਂ ਇਹੀ ਮਹਿਸੂਸ ਕੀਤਾ ਕਿ ਬਰਡਨ ਥੋੜ੍ਹਾ ਜ਼ਿਆਦਾ ਆ, ਅਦਰਵਾਈਜ਼ ਕੋਈ ਇੱਦਾਂ ਦੀ ਬਹੁਤੀ ਲਾਪਰਵਾਹੀ ਅਣਗਹਿਲੀ ਵਾਲੀ ਗੱਲ ਹੈ ਨਹੀਂ। ਲੇਕਿਨ ਜਿਸ ਪਰਿਵਾਰ 'ਤੇ ਬੀਤਦੀ ਆ ਉਹੀ ਜਾਣਦਾ ਹੁੰਦਾ ਕਿ ਪਲ ਪਲ ਉਹਨਾਂ ਦਾ ਜਿਹੜਾ ਪੇਸ਼ੈਂਟ ਹੈ, ਜਿਹੜਾ ਉਹਨਾਂ ਦਾ ਪਰਿਵਾਰਕ ਮੈਂਬਰ ਹੈ, ਜਿਹੜਾ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ, ਉਹ ਪਲ ਪਲ ਜਦੋਂ ਤੜਪਦਾ ਫਿਰ ਦੇਖਿਆ ਨਹੀਂ ਜਾਂਦਾ। ਇਸ ਕਰਕੇ ਸਰਕਾਰ ਜੀ ਨੂੰ ਬੇਨਤੀ ਹੈ, ਬਿਲਡਿੰਗ ਬਹੁਤ ਵੱਡੀ ਹੈ ਪਰ ਅਸਾਮੀਆਂ ਹੁਣ ਜ਼ਰੂਰ ਭਰੀਆਂ ਜਾਣ। ਬਹੁਤ ਬਹੁਤ ਸ਼ੁਕਰੀਆ।